स्वागत। देख रहे हो प्रोग्राम गल्लां ते गीत। मैं हाँ वरुण कौर मान। कहते ने कि औरत नूं हमेशा ही धरत मां की तरह सहन करन वाली समझा जाता है। औरत है फिर की है, बच्चे भी सांभेगी, घर का काम भी करेगी, बाहरला काम भी करेगी। मापिया ने ब्याही क्यों सी? ताई तां ब्याही सी कि जिम्मेवारियां सांभे भी अपनियां। हुण बाहरला आसा पासा देखण नूं ते होर दुनिया बहुत है, पर औरत कहती है नहीं, मैं केवल चार दीवारी लिए नहीं बनी, मेरी अपनी जिंदगी है। मैं अपनी जिंदगी नूं अपनी शर्तां ते जीउणा चाहती हाँ। मैनूं पता है कि मैं किवें ते की हासिल करना है। ते बहुत सारियां औरतां ने बड़ा कुछ हासिल किया, बड़ा कुछ कमाया, बड़ियां समाज दियां रूढ़ीवादियां सोचां नूं खत्म करके अगांह पहुंचियां। ते बड़ी माण दी भी गल है, पर अफसोस दुख इत्थे रह जाता है जदों अज भी औरत इन्ना कुछ हासिल करन तो बाद अपराधां नूं सहन करती है। बहुत सारे अपराध उहदे आले दुआले घुमदे ने। ते मैं कहनी है मैं हुण बहुता गल्लां नूं ना घुमावां ते तुहानूं साफ साफ ते सीधा सीधा दस दियां कि साडा अज दा विशा भी औरतां दे नाल जुड़िया है। औरतां विरुद्ध हुंदे अत्याचार, औरतां विरुद्ध हुंदे अपराध। ਤੇ ਜਦੋਂ ਇਸ ਵਿਸ਼ੇ ਬਾਰੇ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਹ ਵਿਸ਼ਾ ਸਾਂਝਾ ਕਰਨਾ ਹੈ ਤੇ ਸੋਚ ਰਹੇ ਸੀ ਕਿ ਬੁਲਾਇਆ ਕਿਹਨੂੰ ਜਾਵੇ। ਫਿਰ ਇੱਕ ਕਮਾਲ ਦੀ ਸ਼ਖਸੀਅਤ ਪੰਜਾਬ ਦੀ ਸਾਡੇ ਸਾਹਮਣੇ ਨਜ਼ਰੀ ਪੈਂਦੀ ਹੈ ਤੇ ਹੁਣ ਮੈਂ ਬਹੁਤੀਆਂ ਗੱਲਾਂ ਨਾ ਕਰਦੀ ਹੋਈ ਤੁਹਾਨੂੰ ਵੀ ਉਹ ਕਮਾਲ ਦੀ ਸ਼ਖਸੀਅਤ ਦੇ ਨਾਲ ਮਿਲਾ ਦਿੰਦੀ ਹਾਂ ਜਿਹੜੇ ਅੱਜ ਸਾਡੇ ਸਟੂਡੀਓ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ। ਸਾਡੇ ਸਟੂਡੀਓ ਵਿਚਕਾਰ ਪਹੁੰਚੇ ਨੇ ਗੁਰਪ੍ਰੀਤ ਦਿਓ IPS ADGP ਜੋ ਕਿ ਕਮਿਊਨਿਟੀ ਅਫੇਅਰਸ ਡਿਵੀਜ਼ਨ ਤੋਂ ਨੇ ਤੇ ਨਾਲ ਦੇ ਨਾਲ ਵਿਮਨ ਐਂਡ ਚਾਈਲਡ ਅਫੇਅਰਸ ਦਾ ਵੀ ਚਾਰਜ ਹੈ ਉਹਨਾਂ ਦੇ ਕੋਲ। ਗੁਰਪ੍ਰੀਤ ਕੌਰ ਦਿਓ ਜੀ, ਬਹੁਤ ਬਹੁਤ ਸਵਾਗਤ ਤੇ ਜੀ ਆਇਆਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਜਦੋਂ ਸਸ਼ਕਤ ਔਰਤਾਂ ਦੀ ਗੱਲ ਹੁੰਦੀ ਹੈ ਤੇ ਯਕੀਨਨ ਹੈ ਕੁਝ ਅਜਿਹੇ ਚਿਹਰੇ ਪੰਜਾਬ ਦੇ ਸਾਡੇ ਸਾਹਮਣੇ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਚਿਹਰਾ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚਿਆ ਤੇ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਅੱਛਾ ਲੱਗਿਆ ਹੋਵੇਗਾ ਤੁਹਾਨੂੰ ਦੇਖ ਕੇ। ਚਲੋ ਜੀ, ਮੈਂ ਧੰਨਵਾਦੀ ਹਾਂ ਤੁਸੀਂ ਮੈਨੂੰ ਬੁਲਾਇਆ ਔਰ ਇਸ ਯੋਗ ਸਮਝਿਆ ਜੀ। ਯੁੱਗ ਬਦਲੇ, ਯੁੱਗ ਪਲਟੇ, ਦੁਨੀਆ ਬਦਲੀ, ਔਰਤਾਂ ਕਿਤੇ ਦੀਆਂ ਕਿਤੇ ਪਹੁੰਚ ਗਈਆਂ ਤੇ ਜੇ ਹੁਣ ਕਈ ਜਗ੍ਹਾ ਅਪਰਾਧ ਹੁੰਦੇ ਵੀ ਹੈਗੇ ਆ, ਬਹੁਤ ਆਪਾਂ ਨੂੰ ਦੇਖਣ ਨੂੰ ਮਿਲਦੇ ਆ। मैं एक गुरप्रीत कौर दिओ होना तो पूछना चाहती हैं कि अजोके समय 'ਚ औरतां दी किहड़ी स्थिति नूं देखदे ने? देखो जी, ਜਿਹੜਾ ਬਹੁਤ ਕੁਝ ਜਿਵੇਂ ਤੁਸੀਂ ਕਿਹਾ ਕਿ ਬਦਲ ਗਿਆ ਹੈ। ਔਰਤਾਂ ਪੁਲਿਸ ਵਿੱਚ ਪਹੁੰਚ ਗਈਆਂ, ਆਰਮੀ ਵਿੱਚ ਵੀ ਚਲੀ ਗਈਆਂ, ਜਹਾਜ਼ ਵੀ ਚਲਾ ਲੈਂਦੀਆਂ ਨੇ, ਪਰ ਫਿਰ ਵੀ ਸਾਨੂੰ ਪਤਾ ਹੈ ਕਿ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਸਿਰਫ ਬਹੁਤ ਘੱਟ ਲੇਡੀਜ਼ ਹੈ ਜਿਹੜੀਆਂ ਕਿ ਅੱਗੇ ਆ ਸਕੀਆਂ ਨੇ। और ਜਿਹੜੀ मेजॉरिटी ऑफ दी विमेन है, चाहे वो वैल इस्टैबलिश्ड भी हैं, वो बहुत सारी प्रॉब्लम्स हुण भी फेस करदियां ने जी। सब तो पहला तो ਜਿਹੜੀ 80% ਜਿਹੜੀ ਸਾਡੀ ਪੋਪੂਲੇਸ਼ਨ ਹੈ, 70 ਤੋਂ 80% ਉਹ ਰੂਰਲ ਏਰੀਆਜ਼ ਵਿੱਚ ਰਹਿੰਦੀ ਹੈ ਜੀ। ਸੋ ਪੇਂਡੂ ਇਲਾਕਿਆਂ ਵਿੱਚ ਜਿਹੜੀ ਐਜੂਕੇਸ਼ਨ ਹੈ ਲੜਕੀਆਂ ਲਈ, ਔਰ ਜਿਹੜਾ ਲੜਕੀਆਂ ਔਰ ਲੜਕਿਆਂ ਦੇ ਨਾਲ ਵਿਤਕਰਾ ਹੁੰਦਾ ਹੈ ਉਹ ਹੁਣ ਵੀ ਹੈਗਾ ਹੈ। कोविड दौरान भी पता लग्या सी कि जदों सारे बच्चे और लड़के और लड़कियां उन्होंने बच्चे जा नहीं सकते सी स्कूल तो उन्होंने ऑनलाइन टीचिंग करनी पैंदी सी, मोबाइल की लोड़ हुंदी सी ते जिथे फैमिलीज़ अफोर्ड नहीं कर पांदियां सीगियां ते वो लड़के नूं स्कूल वो दे दिंदी सी मोबाइल ते लड़कियां नूं नहीं दिंदियां सी, नहीं दिंदे सी। सो हुण भी साडे देश विच और पंजाब विच भी जो भ्रूण हत्या और इहो ਜਿਹੇ ਜਿਹੜੇ ਅਪਰਾਧ ਹੈ ਉਹ ਤਾਂ ਕੋਖ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਦੋਂ ਲੜਕੀ ਵੱਡੀ ਹੁੰਦੀ ਹੈ ਉਹਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੜਕਿਆਂ ਔਰ ਲੜਕੀਆਂ 'ਚ ਫਰਕ ਕਰਨਾ, ਇਹੋ ਜਿਹੀ ਕੁਰੀਤੀਆਂ ਹੈਗੀਆਂ ਨੇ। ਉਹਨਾਂ ਨੂੰ ਪੌਸ਼ਟਿਕ ਆਹਾਰ ਨਹੀਂ ਦਿੰਦੇ ਕੁੜੀਆਂ ਨੂੰ, ਉਹਨਾਂ ਨੂੰ ਸਕੂਲ 'ਚੋਂ ਪਹਿਲਾਂ ਕੱਢ ਲੈਂਦੇ ਨੇ ਔਰ ਬਾਕੀ ਫਿਰ ਜਦੋਂ ਚਾਈਲਡ ਮੈਰਿਜ ਕਰ ਦਿੰਦੇ 18 ਸਾਲ ਤੋਂ ਪਹਿਲਾਂ ਮੈਰਿਜ ਕਰਕੇ ਉਹਨੂੰ ਇੱਕ ਘਰ ਤੋਂ ਦੂਜੇ 'ਚ ਧੱਕਾ ਮਾਰ ਦਿੰਦੇ ਨੇ ਔਰ ਅਗਰ ਉਹਨੂੰ ਕੋਈ ਪ੍ਰੋਬਲਮ ਆਏ ਤਾਂ ਉਹਨੂੰ ਵਾਪਸ ਵੀ ਲੈਣ ਨੂੰ ਤਿਆਰ ਨਹੀਂ ਹੁੰਦੇ। ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਹੱਲੇ ਵੀ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਕਾਰਨ ਕੀ ਮੰਨਦੇ ਹੋ ਇਹਨਾਂ ਅਪਰਾਧਾਂ ਦਾ ਕਿ ਅਸੀਂ ਇੰਨਾ ਪੜ੍ਹ ਲਿਖ ਕੇ ਆਏ ਹਾਂ, ਇੰਨਾ ਕੁਝ ਹਾਸਲ ਕਰ ਲਿਆ, ਸਾਡੀ ਸੋਚ ਉੱਥੇ ਕਿਉਂ ਫਸੀ ਹੋਈ ਹੈ? हाँ, तो ये सोच करके ही है ना, क्योंकि जो जिन्हों कमज़ोर समझा जाता है
ਜੀ ਤੇ ਉਹਦੇ ਉੱਤੇ ਹੀ ਅਤਿਆਚਾਰ ਕੀਤਾ ਜਾਂਦਾ ਹੈ। ਜੀ ਸੋ ਇਹਦੇ ਵਿੱਚ ਜ਼ਰੂਰਤ ਇਹ ਹੈ ਕਿ ਐਜੂਕੇਸ਼ਨ ਦੀ, ਜੀ ਤੇ ਸਿਰਫ ਲੋਕਾਂ ਮਤਲਬ ਲੜਕੀਆਂ ਦੀ ਐਜੂਕੇਸ਼ਨ ਤਾਂ ਚਾਹੀਦੀ ਹੀ ਹੈ, ਜੀ ਪਰ ਇੱਕ ਵਿਚਾਰ ਜਿਹੜੀ ਅੱਛੀ ਸੋਚ ਨੂੰ ਪੈਦਾ ਕਰਨ ਦੀ ਲੋੜ ਹੈ ਸਾਰੇ ਸਮਾਜ ਵਿੱਚ, ਜਿਹੜੀ ਕਿ ਔਰਤਾਂ ਔਰ ਮਰਦਾਂ ਨੂੰ ਬਰਾਬਰ ਸਮਝੇ। ਜੀ ਸੋ ਜਿਵੇਂ ਮੈਂ ਖੁਦ ਇੱਕ ਆਰਮੀ ਆਫਿਸਰ ਦੀ ਡਾਟਰ ਹਾਂ, ਜੀ ਤੇ ਜੇ ਸਾਡੇ ਪੇਰੈਂਟਸ ਨੇ ਸੋਚਿਆ ਹੁੰਦਾ ਕਿ ਇਹ ਲੜਕੀ ਕੁਝ ਨਹੀਂ ਕਰ ਸਕਦੀ ਜਾਂ ਸਾਨੂੰ ਪੜ੍ਹਾਇਆ ਨਾ ਹੁੰਦਾ, ਜੀ ਤੇ ਫਿਰ ਅਸੀਂ ਇਹੋ ਜਿਹੇ ਮਕਾਮ ਤੇ ਨਹੀਂ ਪਹੁੰਚ ਸਕਦੇ ਸੀਗੇ। ਬਿਲਕੁਲ। ਤੇ ਅੱਜ ਜਦੋਂ ਮੈਂ ਇਸ ਇਵੈਂਟ ਲਈ ਆ ਰਹੀ ਸੀਗੀ ਚੰਡੀਗੜ੍ਹ ਤੋਂ, ਜਦੋਂ ਐਂਟਰ ਕੀਤਾ ਬੰਗਾ ਵਿੱਚ ਜਾਂ ਨਹੀਂ ਜਲੰਧਰ ਵਿੱਚ ਹੀ, ਜੀ ਤੇ ਅਸੀਂ ਇੱਕ ਰੈੱਡ ਲਾਈਟ ਤੇ ਵੇਟ ਕਰ ਰਹੇ ਸੀ, ਤੇ ਉੱਥੇ ਕਲਪਨਾ ਚਾਵਲਾ ਦੀ ਫੋਟੋ ਲੱਗੀ ਹੋਈ ਸੀਗੀ ਜੀ ਔਰ ਉਹ ਬੇਟੀ ਬਚਾਓ ਬੇਟੀ ਪੜਾਓ। तो बेटियां तो स्पेस तक पहुंच सकदियां ने जी, और बेटियां अपने पेरेंट्स ਨੂੰ ਵੀ ਕਿੰਨਾ ਪਿਆਰ ਕਰਦੀਆਂ ਨੇ जी, ਔਰ ਅਦਰਵਾਈਜ਼ ਆਲਸੋ ਜਦੋਂ ਅਸੀਂ ਪੜ੍ਹਾਈ ਵਿੱਚ ਵੀ ਦੇਖੀਏ ਜਿੱਥੇ ਲੜਕੀਆਂ ਨੂੰ ਮੌਕਾ ਮਿਲਦਾ ਹੈ ਉਹ ਲੜਕਿਆਂ ਤੋਂ ਬਿਹਤਰ ਕੰਮ ਕਰਦੀਆਂ ਨੇ। जी, ਅਗਰ ਬਿਹਤਰ ਨਾ ਵੀ ਕਰਨ ਬਰਾਬਰ ਦਾ ਤਾਂ ਕਰ ਹੀ ਦਿੰਦੀਆਂ ਨੇ। जी, ਸੋ ਇਹ ਤਾਂ ਇੱਕ ਜੈਂਡਰ ਹੈ, ਰੱਬ ਨੇ ਬਣਾਇਆ ਹੈ। जी बिल्कुल। तो ਜੇ ਰੱਬ ਨੇ ਬਣਾਇਆ ਤੇ ਉਹਨੂੰ ਰੱਬ ਦੀ ਜਿਹੜੀ ਅਗਰ ਕਿਸੇ ਨੂੰ ਬੱਚੀ ਪੈਦਾ ਹੋ ਰਹੀ ਹੈ ਤਾਂ ਉਹਦਾ ਵੀ ਉਨਾ ਹੀ ਸਤਿਕਾਰ ਕਰਨਾ ਚਾਹੀਦਾ ਜਿਹੜਾ ਇੱਕ ਮੁੰਡੇ ਦਾ। ਲੋਕਾਂ ਦੇ ਬੱਚੇ ਨਹੀਂ ਹੁੰਦੇ जी, ਜਾਂ ਕਈਆਂ ਦੇ ਬੱਚੇ ਦੁਰਭਾਗਯ ਹੋ ਜਾਂਦਾ ਹੈ ਕਿ ਉਹ ਵਿਕਲਾਂਗ ਪੈਦਾ ਹੋ ਜਾਂਦੇ जी, ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀ, ਕੋਈ ਐਕਸੀਡੈਂਟ ਹੋ। ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਇੱਕ ਨਵੀਂ ਜਾਨ ਆਈ ਹੈ, ਚਾਹੇ ਉਹ ਲੜਕਾ ਹੈ ਚਾਹੇ ਲੜਕੀ ਜੀ ਹੈ। ਬਿਲਕੁਲ। ਕਹਿੰਦੇ ਨੇ ਕਿ ਕੁੱਖ ਸੁਲੱਖਣੀ ਹੋਇਆ ਕਿ ਜੇ ਧੀ ਜੰਮ ਪਈ, ਹਾਂਜੀ। ਤੇ ਜਦੋਂ ਧੀ ਜੰਮਦੀ ਹੈ ਉਸਨੂੰ ਪਾਲ ਪੋਸ ਕੇ ਵੱਡਾ ਕੀਤਾ ਜਾਂਦਾ ਹੈ, ਫਿਰ ਵਿਆਹਿਆ ਵੀ ਜਾਂਦਾ ਹੈ, ਤੇ ਵਿਆਹ ਤੋਂ ਬਾਅਦ ਬੜੀਆਂ ਦਿੱਕਤਾਂ ਆਉਂਦੀਆਂ ਨੇ। ਸ਼ੁਰੂ ਹੁੰਦੀ ਹੈ ਘਰੇਲੂ ਹਿੰਸਾ ਦਾਜ ਦੇ ਲਈ। ਕਹਿਣ ਨੂੰ ਅਸੀਂ ਬਹੁਤ ਤਰੱਕੀ ਕਰ ਲਈ, ਪਰ ਹੱਲੇ ਵੀ ਤੀਜੇ ਚੌਥੇ ਦਿਨ ਕੋਈ ਦਾਜ ਕਰਕੇ ਕੋਈ ਨਾ ਕੋਈ ਤੇ ਕੁੜੀ ਬਲੀ ਚੜ੍ਹਦੀ ਹੈ। ਤੋ ਜਦੋਂ ਅਸੀਂ ਦਾਜ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿਣਾ ਤਾਂ ਇਹ ਚਾਹੁੰਦੇ ਹਾਂ ਕਿ ਜੀ ਇੱਕ ਦਾਜ ਕਿਉਂ, ਦਾਜ ਦੀ ਪ੍ਰਥਾ ਹੈ ਕਿਉਂ? ਜੀ, ਇਹ ਲਾਲਚ ਹੈ ਕਿ ਜੀ ਅਸੀਂ ਖੁਦ ਤਾਂ ਅਸੀਂ ਕਿਸੇ ਜੋਗੇ ਹੈਗੇ ਨਹੀਂ, ਜੀ, ਤੇ ਜਿਹੜੀ ਕੁੜੀ ਜਦੋਂ ਵਿਆਹ ਕੇ ਲਿਆਉਂਦੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਹੁਣ ਸਾਰੀ ਜਿਹੜੀ ਸਾਡੀ ਮਟੀਰੀਅਲਿਸਟਿਕ ਐਸਪੀਰੇਸ਼ਨਸ ਹੈ, ਅਸੀਂ ਸਕੂਟਰ ਲੈਣਾ ਹੈ, ਕਾਰ ਲੈਣੀ ਹੈ, ਜੀ, ਹੁਣ ਇਹ ਸਾਰੀ ਵਿਆਹ ਤੋਂ ਹੀ ਪੂਰੀ ਹੋ ਜਾਏਗੀ। ਜੀ, ਸੋ ਇਹ ਬੜੀ ਮਾੜੀ ਸੋਚ ਹੈ ਔਰ ਪਿਛੜੀ ਹੋਈ ਸੋਚ ਹੈ। ਅਸੀਂ ਸੋਚ ਤਾਂ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਪੈਰਾਂ ਤੇ ਆਪਣੇ ਜਿਹੜੇ ਬੱਚੇ ਹੈ ਜਾਂ ਆਪਣੇ ਲੜਕੇ ਹੈ, ਮਤਲਬ ਮੈਂ ਜੇ ਇੱਕ ਲੜਕੇ ਦੀ ਮਾਂ ਹੋਵਾਂ ਤਾਂ ਮੈਂ ਸੋਚਾਂਗੀ ਕਿ ਮੈਂ ਆਪਣੇ ਬੇਟੇ ਨੂੰ ਬੈਸਟ ਐਜੂਕੇਸ਼ਨ ਦੇਵਾਂ ਜੀ, ਤਾਂ ਕਿ ਉਹਨੂੰ ਇੱਕ ਚੰਗਾ ਲਾਈਫ ਪਾਰਟਨਰ ਵੀ ਮਿਲ ਸਕੇ, ਉਹ ਵੀ ਪੜ੍ਹਿਆ ਲਿਖਿਆ ਹੋਏ ਔਰ ਦੋਨੋਂ ਆਪਣੀ ਲਾਈਫ ਅੱਛੀ ਜੀਣ, ਤਾਂ ਨਾਲੇ ਸੁਸਾਇਟੀ ਦੇ ਯੂਜ਼ਫੁਲ ਮੈਂਬਰਸ ਬਣਨ। ਤੇ ਇਹ ਨਹੀਂ ਕਿ ਜੀ ਜੇ ਅਸੀਂ ਤਾਂ ਨਿਕੰਮੇ ਆ, 12ਵੀਂ ਫੇਲ ਹੈਗੇ ਆ, ਤੇ ਕੁੜੀ ਸਾਨੂੰ ਚਾਹੀਦੀ ਹੈ ਪੜ੍ਹੀ ਲਿਖੀ ਔਰ ਕਮਾਉਂਦੀ ਵੀ ਹੋਏ ਔਰ ਉਹਦੀ ਨਾਲ ਉਹ ਦਾਜ ਵੀ ਲੈ ਕੇ ਆਏ, ਤੇ ਇਹਨਾਂ ਦੀ ਜਿਹੜੀ ਡੋਮੈਸਟਿਕ ਵਾਇਲੈਂਸ ਹੈ, ਘਰੇਲੂ ਹਿੰਸਾ ਵੀ ਸਹੇ। ਤੋ ਇਹ ਸਾਰੀ ਜਿਹੜੀ ਚੀਜ਼ਾਂ ਹੈ ਇਹ ਇੱਕ ਮਾੜੀ ਸੋਚ ਨੂੰ ਰਿਫਲੈਕਟ ਕਰਦੀਆਂ ਨੇ ਜੀ, ਔਰ ਬਹੁਤ ਇਹ ਸਮਾਂ ਆ ਗਿਆ ਹੈ ਕਿ ਇਹਦੇ ਖਿਲਾਫ ਆਵਾਜ਼ ਉਠਾਈ ਜਾਏ ਔਰ ਕਿਸੇ ਵੀ ਲੜਕੀ ਨੂੰ ਔਰ ਕਿਸੇ ਵੀ ਮਾਂ-ਬਾਪ ਨੂੰ ਆਪਣੀ ਬੇਟੀ ਨੂੰ ਉਹੋ ਜਿਹੇ ਹਾਲਾਤਾਂ ਵਿੱਚ ਰਹਿਣ ਨਹੀਂ ਦੇਣਾ ਚਾਹੀਦਾ ਔਰ ਉਹਦੀ ਪੂਰੀ ਸਪੋਰਟ ਕਰਨੀ ਚਾਹੀਦੀ। ਜੀ, ਕਈ ਵਾਰੀ ਹਾਲਾਤ ਇਦਾਂ ਦੇ ਹੁੰਦੇ ਨਾ, ਇਨਸਾਨ ਦੀ ਰੂਹ ਕੰਬ ਜਾਂਦੀ। ਉਹਨਾਂ ਖਬਰਾਂ ਨੂੰ ਪੜ੍ਹ ਕੇ ਵੀ ਕਿੰਨੀ ਦੇਰ ਸਰੀਰ ਤੋਂ ਲੂ ਕੰਡੇ ਨਹੀਂ ਹਟਦੇ, ਬੰਦਾ ਸਹਿਮ ਜਾਂਦਾ, ਪਰ ਪਤਾ ਨਹੀਂ ਉਹ ਕਿੱਦਾਂ ਦੇ ਹੱਥ ਨੇ ਜਿਹੜੇ ਕੁੜੀਆਂ ਦੇ ਚਿਹਰਿਆਂ ਤੇ ਤੇਜ਼ਾਬ ਸੁੱਟ ਦਿੰਦੇ ਆ। ਹਾਂਜੀ, तो ये ਜਿਹੜਾ ਹੁਣ ਇਹੋ ਜੀ ਚੀਜ਼ ਹੈ, ਜਿਹੜੇ ਹੱਥ ਹੈ ਉਹ ਬੇਸਿਕਲੀ अपने ਲੋਕਾਂ ਦੇ ਹੀ ਹੱਥ ਹੈ ਜੀ। तो और बहुत केसेस हैं एसिड अटैक्स ਦੇ, और ਇਹ ਕਿਉਂ ਹੁੰਦੇ ਨੇ? ਕਿਉਂਕਿ ਅਸੀਂ ਮੈਂ ਸਮਝਦੀ ਹਾਂ ਜਿਵੇਂ ਜੋ ਮੈਂ ਕਿਹਾ ਪੜ੍ਹਾਈ ਲਿਖਾਈ, ਜੀ, ਇਹ ਪੜ੍ਹਾਈ ਲਿਖਾਈ ਸਿਰਫ ਊੜਾ ਐੜਾ ਜਾਂ ABC ਪੜ੍ਹਨ ਨਾਲ ਨਹੀਂ ਆਉਂਦੀ। ਬਿਲਕੁਲ। ਉਹ ਇੱਕ ਆਪਣਾ ਇੱਕ ਸੋਚ ਵੀ ਵਧੀਆ ਹੋਣੀ ਚਾਹੀਦੀ ਹੈ ਔਰ ਇੱਕ ਸਮਾਜਿਕ ਜਿਹੜੀ ਕੁਰੀਤੀਆਂ ਹੈ, ਮੈਂ ਕਹਾਂਗੀ ਕਿ ਆਪਾਂ ਮਤਲਬ ਪੈਸੇ ਦੇ ਪਿੱਛੇ ਭੱਜਦੇ ਹਾਂ, ਪਾਵਰ ਦੇ ਪਿੱਛੇ ਭੱਜਦੇ ਹਾਂ, ਪਰ ਜਿਹੜੇ ਅਸੀਂ ਪੰਜਾਬ ਵਿੱਚ ਪੁਰਾਣੇ ਜਾਂ ਆਪਣੀ ਭਾਰਤੀ ਸੰਸਕ੍ਰਿਤੀ ਵਿੱਚ ਜਿਹੜੇ ਸਾਡੇ ਵੈਲਿਊਜ਼ ਸੀਗੇ, ਤਾਂ ਅਸੀਂ ਉਨ ਵੈਲਿਊਜ਼ ਨੂੰ ਭੁੱਲਦੇ ਜਾ ਰਹੇ ਹਾਂ। ਜੀ। ਸੋ ਸਾਡਾ ਜਿਹੜਾ ਕਿਰਦਾਰ ਹੈ ਜਾਂ ਸਾਡੀ ਸ਼ਖਸੀਅਤ ਹੈ ਉਹ ਸਾਡੀ ਪੈਸੇ ਨਾਲ ਡਿਫਾਈਨ ਨਹੀਂ ਹੁੰਦੀ।
ਜੀ ਔਰ ਉਹ ਸਾਡੇ ਕੈਰੈਕਟਰ ਨਾਲ ਜਾਂ ਚਰਿੱਤਰ ਜਿਹਨੂੰ ਕਹਿੰਦੇ ਚਰਿੱਤਰ ਨਾਲ ਡਿਫਾਈਨ ਹੁੰਦੀ ਹੈ ਕਿ ਅਸੀਂ ਸੱਚ ਬੋਲਦੇ ਹਾਂ। ਔਰ ਜਿਹੜੀ ਪੁਰਾਣੀ ਚੀਜ਼ਾਂ ਅਸੀਂ ਸਾਡੇ ਮਾਂ-ਬਾਪ ਸਿਖਾਉਂਦੇ ਸੀ ਜਾਂ ਪਰਦਾਦੇ ਸਿਖਾਉਂਦੇ ਸੀਗੇ, ਕਿਤੇ ਨਾ ਕਿਤੇ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਹਾਂ। ਤਾਂ ਐਸਿਡ ਅਟੈਕ ਕਰਨ ਦਾ ਕੀ ਮਤਲਬ ਹੈ? ਕਿਸੇ ਦੀ ਲੜਕੀ ਦੀ ਜ਼ਿੰਦਗੀ ਖਰਾਬ ਕਰਨ ਵਾਲੀ ਗੱਲ ਹੈ। ਔਰ ਉਹਦਾ ਮਤਲਬ ਸਿਰਫ ਇਸ ਕਰਕੇ ਕਿਉਂਕਿ ਤੁਸੀਂ ਉਹਨੂੰ ਕੋਈ ਪ੍ਰਪੋਜ਼ਲ ਕੀਤੀ ਔਰ ਉਹਨੇ ਨਕਾਰ ਦਿੱਤੀ। ਨਕਾਰ ਤਾਂ ਇਸ ਕਰਕੇ ਦਿੱਤੀ ਕਿਉਂਕਿ ਤੁਸੀਂ ਨਲਾਇਕ ਹੋ। ਤੋ ਅਗਰ ਤੁਸੀਂ ਉਸ ਯੋਗ ਬਣੋ, ਜੇ ਕਿਸੇ ਚੰਗੀ ਕੁੜੀ ਨੂੰ ਤੁਸੀਂ ਵਿਆਹਣਾ ਚਾਹੁੰਦੇ ਹੋ ਤੇ ਉਹਦੇ ਯੋਗ ਬਣੋ। ਔਰ ਫਿਰ ਕਿਸੇ ਦੀ ਨਾਂ ਨੂੰ ਐਕਸੈਪਟ ਕਰਨ ਲਈ ਵੀ ਕੈਰੈਕਟਰ ਚਾਹੀਦਾ ਜੀ। ਸੋ ਜਿਹਦੇ ਵਿੱਚ ਕੈਰੈਕਟਰ ਨਹੀਂ ਹੈ, ਜਿਹੜੇ ਮਾੜੇ ਬੰਦੇ ਹੈ ਉਹੀ ਇਹੋ ਜਿਹਾ ਕੰਮ ਕਰਦੇ ਹੈ ਔਰ ਫਿਰ ਇਸ ਤਰ੍ਹਾਂ ਦਾ ਕੰਮ ਕਰਕੇ ਉਹ ਵੀ ਸਲਾਖਾਂ ਦੇ ਪਿੱਛੇ ਜਾਂਦੇ ਹੈ। ਤੋ ਦੂਜੀ ਜਿਹੜੀ ਕੁੜੀ ਹੈ ਉਹਦੀ ਤਾਂ ਉਹਨਾਂ ਨੇ ਜ਼ਿੰਦਗੀ ਖਰਾਬ ਕਰ ਦਿੱਤੀ। ਤੇ ਇੱਕ ਤਾਂ ਹੁੰਦੀ ਹੈ ਜਿਹੜੀ ਸਜ਼ਾ ਕਾਨੂੰਨ ਦਿੰਦਾ ਹੈ, ਇੱਕ ਹੁੰਦੀ ਹੈ ਜਿਹੜੀ ਰੱਬ ਸਜ਼ਾ ਦਿੰਦਾ ਹੈ। ਤੇ ਜਿਹੜੀ ਰੱਬ ਸਜ਼ਾ ਦਿੰਦਾ ਉਹ ਵੀ ਉਹਨੂੰ ਸਜ਼ਾ ਜ਼ਰੂਰ ਮਿਲੇਗੀ ਜਿਹੜਾ ਬੰਦਾ ਇਹੋ ਜਿਹਾ ਮਾੜਾ ਕੰਮ ਕਰਦਾ ਹੈ। ਔਰ ਸੋਸਾਇਟੀ ਵਿੱਚ ਇਹੋ ਜਿਹੀ ਚੀਜ਼ ਲਈ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ। ਗੁਰਪ੍ਰੀਤ ਕੌਰ ਦਿਓ ਜੀ, ਸਲਾਖਾਂ ਦੀ ਗੱਲ ਤੁਸੀਂ ਕੀਤੀ ਹੈ, ਰੇਪ ਕੇਸਿਸ ਵੀ ਆਪਾਂ ਬਹੁਤ ਦੇਖਦੇ ਹਾਂ, ਘਰੇਲੂ ਹਿੰਸਾ ਵੀ ਦੇਖਦੇ ਹਾਂ, ਐਸਿਡ ਅਟੈਕ ਦੀ ਗੱਲ ਵੀ ਚੱਲ ਰਹੀ ਹੈ। ਕਿ ਅਜਿਹੇ ਦਰਿੰਦਿਆਂ ਨੂੰ ਸਲਾਖਾਂ ਦਾ ਡਰ ਨਹੀਂ ਰਿਹਾ? ਕਿ ਉਹ ਕਾਨੂੰਨ ਤੋਂ ਡਰਦੇ ਨਹੀਂ? ਨਹੀਂ, ਪਹਿਲੀ ਗੱਲ ਤੇ ਉਹ ਇਹ ਕੰਮ ਇਸ ਤਰ੍ਹਾਂ ਦਾ ਕਰਦੇ ਹੀ ਹੈ ਕਿਉਂਕਿ ਉਹਨਾਂ ਨੂੰ ਕਾਨੂੰਨ ਬਾਰੇ ਕੋਈ ਇਲਮ ਹੀ ਨਹੀਂ ਹੈ ਜੀ। ਇੱਕ ਜਿਹੜੀ ਕਹਿੰਦੇ ਅਵੇਅਰਨੈਸ ਹੀ ਨਹੀਂ ਹੈ, ਨਾ ਆਪਣੇ ਬਾਰੇ, ਨਾ ਆਪਣੇ ਆਲੇ ਦੁਆਲੇ ਬਾਰੇ ਔਰ ਨਾ ਕਿਸੇ ਕੌਨਸੀਕੁਐਂਸਿਸ ਬਾਰੇ ਜੀ ਕਿ ਅਸੀਂ ਕੋਈ ਐਕਸ਼ਨ ਕਰਾਂਗੇ ਤੇ ਉਹਦਾ ਜਿਹੜਾ ਅੰਜਾਮ ਕੀ ਹੋਏਗਾ ਜੀ। ਸੋ ਉਹੋ ਜੀ ਚੀਜ਼ ਜੇ ਪਹਿਲਾਂ ਪਤਾ ਹੋਏ ਫਿਰ ਬੰਦਾ ਇਸ ਤਰ੍ਹਾਂ ਦਾ ਕੰਮ ਕਰਦਾ ਵੀ ਨਹੀਂ ਹੈ। ਕਿਸੇ ਕੁੜੀ ਨੇ ਤੁਹਾਨੂੰ ਨਾ ਕਰ ਦਿੱਤੀ ਤਾਂ ਠੀਕ ਹੈ, ਅਗਲੀ ਕੁੜੀ ਦੇਖੋ ਜਾਂ ਫਿਰ ਆਪਣੇ ਆਪ ਨੂੰ ਉਸ ਲਾਇਕ ਬਣਾਓ ਜੀ। ਲੇਕਿਨ ਇਹ ਤੁਹਾਡੀ ਗੱਲ ਸਹੀ ਹੈ ਕਿ ਪਹਿਲਾਂ ਕਾਨੂੰਨ ਵਿੱਚ ਵੀ ਖਾਮੀਆਂ ਸੀਗੀਆਂ। ਐਸਿਡ ਅਟੈਕ ਕਿਤੇ ਕਵਰ ਹੁੰਦਾ ਨਹੀਂ ਸੀਗਾ ਤੇ ਪਹਿਲਾਂ ਉਹ 324 ਔਰ 326 ਵਿੱਚ ਹੁੰਦਾ ਸੀ ਜਿਹਦੀ ਕਿ ਸਜ਼ਾ ਬਹੁਤ ਘੱਟ ਸੀਗੀ ਜੀ। ਲੇਕਿਨ ਜਦੋਂ ਨਿਰਭਇਆ ਕਾਂਡ ਹੋਇਆ 2013 ਵਿੱਚ, ਉਹਦੇ ਬਾਅਦ 2013 ਵਿੱਚ ਗਵਰਨਮੈਂਟ ਆਫ ਇੰਡੀਆ ਨੇ ਆਈਪੀਸੀ ਨੂੰ ਅਮੈਂਡ ਕੀਤਾ ਔਰ ਉਹਦੇ ਵਿੱਚ ਹੁਣ ਐਸਿਡ ਅਟੈਕ ਦੀ ਘੱਟੋ ਘੱਟ 10 ਸਾਲ ਦੀ ਸਜ਼ਾ ਹੈ। ਅਟੈਂਪਟ ਕਰਨ ਦੀ ਵੀ ਸਜ਼ਾ ਹੈ। ਅਗਰ ਕੋਈ ਤੁਹਾਡੇ ਲੜਕੀ ਤੇ ਕਿਸੇ ਤੇ ਵੀ ਐਸਿਡ ਅਟੈਕ ਕਰਦਾ ਹੈ ਜਾਂ ਮਤਲਬ ਤੇਜ਼ਾਬ ਪਾਉਂਦਾ ਹੈ, ਇਸ ਤਰ੍ਹਾਂ ਦਾ ਘਿਨੌਣੀ ਹਰਕਤ ਕਰਦਾ ਹੈ ਤਾਂ ਉਹਨੂੰ ਦੱਸੋ ਉਹ ਜੇ ਕਰ ਦਿੰਦਾ ਹੈ ਤੇ ਉਹਨੂੰ 10 ਸਾਲ ਦੀ ਘੱਟੋ ਘੱਟ ਸਜ਼ਾ ਹੋਏਗੀ ਔਰ ਉਸ ਤੋਂ ਜ਼ਿਆਦਾ ਲਾਈਫ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ। ਬਿਲਕੁਲ। ਔਰ ਅਗਰ ਅਟੈਂਪਟ ਵੀ ਕਰਦਾ ਹੈ ਔਰ ਉਹ ਲੜਕਾ ਅਨਸਕਸੈਸਫੁਲ ਰਹਿੰਦਾ ਹੈ ਫਿਰ ਵੀ ਉਹਦੇ ਤੇ ਕਾਰਵਾਈ ਹੋਏਗੀ ਜੀ। ਬਿਲਕੁਲ। ਔਰ ਸਜ਼ਾ ਹੈ ਬਹੁਤ ਜ਼ਿਆਦਾ। ਬਹੁਤ ਜ਼ਰੂਰੀ ਹੈ ਅਜਿਹੇ ਕਾਨੂੰਨ ਸਾਹਮਣੇ ਆਉਣੇ ਜਿਨ੍ਹਾਂ ਕਰਕੇ ਔਰਤਾਂ ਨਾ ਲੁਕਣ, ਕਿਉਂਕਿ ਔਰਤਾਂ ਤਾਂ ਹੀ ਸਾਹਮਣੇ ਆਉਣਗੀਆਂ ਜੇ ਕਾਨੂੰਨ ਖੋਲ ਕੇ ਸਾਹਮਣੇ ਆਉਣਗੇ ਔਰ ਜਿਹੜੇ ਲੋਕ ਅਪਰਾਧ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਜ਼ਰੂਰ ਮਿਲੇਗੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਗੱਲਬਾਤ ਹੈ ਬਹੁਤ ਪਸੰਦ ਆ ਰਹੀ ਹੋਏਗੀ, ਕਿਉਂਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਔਰਤਾਂ ਨੂੰ ਲੈ ਕੇ ਨਾ ਬਹੁਤ ਸਾਰੇ ਸਵਾਲ ਆਪਣੇ ਆਪ ਪੈਦਾ ਹੋਣ ਲੱਗ ਜਾਂਦੇ ਨੇ। ਕਹਿੰਦੇ ਨੇ ਕਿ ਕੋਈ ਵੀ ਇੰਟਰਵਿਊ ਕਰਨੀ ਹੋਵੇ ਪਹਿਲਾਂ ਸਵਾਲਾਂ ਦਾ ਸੰਖੇਪ ਕਰਨਾ ਪੈਂਦਾ ਹੈ, ਪਰ ਜਦੋਂ ਔਰਤਾਂ ਦੇ ਵਿਸ਼ਿਆਂ ਤੇ ਗੱਲ ਹੁੰਦੀ ਹੈ ਜਾਂ ਸਮਾਜ ਦੇ ਨਾਲ ਜੁੜੇ ਹੋਏ ਵਿਸ਼ਿਆਂ ਦੀ ਗੱਲ ਹੁੰਦੀ ਹੈ ਸਵਾਲ ਆਪਣੇ ਆਪ ਪੈਦਾ ਹੁੰਦੇ ਆ। ਪਰ ਇੱਕ ਚੀਜ਼ ਕਈ ਵਾਰੀ ਇਨਸਾਨ ਵੱਲੋਂ ਵੀ ਪੈਦਾ ਕੀਤੀ ਜਾਂਦੀ ਹੈ, ਉਹ ਹੈ ਮਾਨਸਿਕ ਤਣਾਅ। ਕਈ ਔਰਤਾਂ ਨੂੰ ਮਾਨਸਿਕ ਤਣਾਅ ਦਾ ਬੜਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਚਾਹੇ ਉਹ ਘਰੇ ਹੋਵੇ, ਚਾਹੇ ਆਂਢ ਗੁਆਂਢ ਦੀਆਂ ਗੱਲਾਂ ਹੋਣ। ਇੱਕ ਉਦਾਹਰਨ ਦੇ ਤੌਰ ਤੇ ਇੱਕ ਲੜਕੀ ਹੈ, ਉਹ ਬਹੁਤ ਪੜ੍ਹਨਾ ਲਿਖਣਾ ਚਾਹੁੰਦੀ ਹੈ ਔਰ ਉਹ ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਹੈ ਤੇ ਉਸਦੇ ਮਾਂ-ਬਾਪ ਵੀ ਚਾਹੁੰਦੇ ਨੇ ਚੱਲ ਕੋਈ ਨਹੀਂ +2 ਕਰ ਲਈ, BA ਕਰ ਲਵੇ ਬਹੁਤ ਹੈ, ਪਰ ਉਸਦੀ ਸੋਚ PhD ਤੱਕ ਜਾਂਦੀ ਹੈ। ਪਰ ਆਂਢ ਗੁਆਂਢ ਕਹਿ ਦਿੰਦਾ ਲੈ ਹੁਣ 20-22 ਦੀ ਹੋ ਗਈ, ਹੁਣ ਵਿਆਹ ਦਾ ਸੋਚੋ ਕਿ ਹੁਣ PhDਆਂ ਕਰਾਈ ਜਾਣੀਆਂ, ਸਹੁਰੇ ਬਹੁਤ ਅਮੀਰ ਆ। ਤੋ ਇਹ ਜਿਹੜੀਆਂ ਚੀਜ਼ਾਂ ਇਹੀ ਤਾਂ ਆਪਾਂ ਕਹਿ ਰਹੇ ਸੀ ਨਾ, ਪਿਛੋਕੜ ਸੋਚ ਹੈ। ਔਰ ਇੱਕ ਇਹ ਨਹੀਂ ਹੈ ਕਿ ਲੋਕ ਚਾਹੁੰਦੇ ਨਹੀਂ ਹੈ ਕਿ ਕੁੜੀ ਨਾ ਪੜ੍ਹੇ, ਉਹ ਰਾਦਰ ਮੈਨੂੰ ਲੱਗਦਾ ਹੈ ਕਿ ਫੀਲਿੰਗ ਆਫ ਜੈਲਸੀ ਕਿ ਇਹਨਾਂ ਦੇ ਬੱਚੇ ਜ਼ਿਆਦਾ ਪੜ੍ਹ ਗਏ ਤੇ ਸਾਡੇ ਬੱਚੇ ਕਿਉਂਕਿ ਸਾਡਿਆਂ ਨੂੰ ਅਸੀਂ ਆਪਣਿਆਂ ਨੂੰ 12ਵੀਂ ਤੋਂ ਬਾਅਦ ਵਿਆਹ ਦਿੱਤਾ ਤੇ ਦੂਜਿਆਂ ਦੀ ਕੁੜੀ ਪੜ੍ਹ ਗਈ ਤਾਂ ਅਫਸਰ ਬਣ ਜਾਏਗੀ ਤਾਂ ਫਿਰ ਸਾਡੇ ਤੋਂ ਜ਼ਿਆਦਾ ਚੰਗੇ ਹੋ ਜਾਣਗੇ। ਇਹੋ ਜਿਹੀ ਜਿਹੜੀ ਸੋਚ ਹੈ ਉਹ ਮਾੜੀ ਸੋਚ ਹੈ ਜਿਹਦੇ ਕਰਕੇ ਇਸ ਤਰ੍ਹਾਂ ਦਾ ਸੋਚ ਪੈਂਦੀ ਹੈ। ਪਰ ਜਿਹੜੇ ਪੇਰੈਂਟਸ ਹੈ, ਹੁਣ ਇੱਥੇ ਆਪਾਂ ਗੱਲ ਕਰ ਰਹੇ ਸੀ ਕੈਰੈਕਟਰ ਦੀ ਕਿ ਜਿਹੜੇ ਪੇਰੈਂਟਸ ਹੈ ਜੇ ਆਪਣਾ ਉਹਨਾਂ ਦੀ ਸ਼ਖਸੀਅਤ ਇੰਨੀ ਮਜ਼ਬੂਤ ਹੋਏ
ਤੇ ਉਹ ਆਪਣੀ ਸੋਚ ਰੱਖਣ। ਸੁਸਾਇਟੀ ਦਾ ਕੀ ਹੈ, ਸੁਸਾਇਟੀ ਤਾਂ ਕੁਝ ਵੀ ਕਹਿ ਸਕਦੀ ਹੈ। ਹੁਣ ਜਿੰਨੇ ਮੂੰਹ ਹੈਗੇ ਉਨੀਆਂ ਗੱਲਾਂ ਹੈਗੀਆਂ ਨੇ, ਤੇ ਫਿਰ ਇਸ ਕਰਕੇ ਆਪਾਂ ਉਹਨਾਂ ਦੇ ਪਿੱਛੇ ਕਿਉਂ ਜਾਂਦੇ ਆ ਜੇ ਸਾਨੂੰ ਖੁਦ ਪਤਾ ਹੈ ਕਿ ਐਜੂਕੇਸ਼ਨ ਮੇਰੀ ਬੇਟੀ ਲਈ ਅੱਛੀ ਹੈ, ਤਾਂ ਉਹਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨੂੰ ਚੰਗੀ ਐਜੂਕੇਸ਼ਨ। ਸਿੱਖਿਆ ਤਾਂ ਇੱਕ ਅਧਿਕਾਰ ਹੈ ਹੁਣ ਸਾਡਾ। ਔਰ ਵਿਆਹ 'ਚ ਕੀ ਰੱਖਿਆ ਜੀ, ਵਿਆਹ ਇਜ਼ ਮੈਟਰੀਮੋਨੀ, ਠੀਕ ਹੈ, ਵਿਆਹ ਕਈਆਂ ਦੇ ਚੱਲਦੇ ਹੈ, ਕਈਆਂ ਦੇ ਨਹੀਂ। ਜੋ ਕਹਿੰਦੇ ਕਿ ਸ਼ਾਦੀ ਇਹੋ ਜਿਹਾ ਲੱਡੂ ਹੈ, ਜੋ ਖਾਏ ਉਹ ਵੀ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ। ਸੋ ਇਸ ਕਰਕੇ ਕੋਈ ਉਹਦਾ ਕੁਝ ਗਾਰੰਟੀ ਨਹੀਂ ਹੈ ਜੀ। ਪਰ ਅਗਰ ਤੁਸੀਂ ਆਪਣੀ ਬੇਟੀ ਨੂੰ ਪੜ੍ਹਾ ਲੋਗੇ ਤਾਂ ਉਹਦੀ ਗਾਰੰਟੀ ਹੈ ਕਿ ਉਹ ਆਪਣੀ ਪੈਰਾਂ ਤੇ ਖੜੀ ਹੋਏਗੀ। ਔਰ ਅਗਰ ਉਹਦੇ ਵਿਆਹਿਕ ਜੀਵਨ ਵਿੱਚ ਕੋਈ ਪ੍ਰੋਬਲਮ ਆਂਦੀ ਵੀ ਹੈ ਤੇ ਉਹ ਉਹਨੂੰ ਡੀਲ ਕਰਨ ਲਈ ਉਹ ਬੈਟਰ ਇਕਵਿਪਡ ਹੈ ਜੀ। ਹੁਣ ਅਸੀਂ ਗੱਲ ਕੀਤੀ ਹੈ ਵੱਖਰੀਆਂ ਹਿੰਸਾਵਾਂ ਦੀ, ਘਰੇਲੂ, ਐਸਿਡ, ਰੇਪ, ਮਾਨਸਿਕ ਤਣਾਅ। ਕਹਿੰਦੇ ਕਿ ਜਿੱਦਾਂ ਜਿੱਦਾਂ ਸਮਾਜ ਨੇ ਤਰੱਕੀ ਕੀਤੀ ਨਾ, ਹਰੇਕ ਚੀਜ਼ ਦਾ ਢੰਗ ਤਰੀਕਾ ਬਦਲ ਗਿਆ, ਹਿੰਸਾ ਦਾ ਤਰੀਕਾ ਵੀ ਬਦਲ ਗਿਆ। ਹੁਣ ਕੁੜੀਆਂ ਦੇ ਉੱਤੇ ਡਿਜੀਟਲ ਹਿੰਸਾ ਬਹੁਤ ਹੁੰਦੀ ਹੈ, ਚਾਹੇ ਉਹ ਸੋਸ਼ਲ ਸਾਈਟਸ ਦੀਆਂ ਕੋਈ ਵੀ ਐਪਲੀਕੇਸ਼ਨਸ ਹੋਣ ਜਾਂ ਫੋਨਾਂ ਦੇ ਉੱਤੇ ਜ਼ਰੀਏ ਹੋਵੇ। ਇਹ ਜਿਹੜੀਆਂ ਹਿੰਸਾਵਾਂ ਹੁੰਦੀਆਂ ਨੇ, ਇਹਨਾਂ ਨੂੰ ਰੋਕਣ ਦੇ ਲਈ ਕੀ ਕਦਮ ਚੁੱਕੇ ਜਾਂਦੇ ਨੇ, ਤੇ ਇਹਨਾਂ ਹਿੰਸਾਵਾਂ ਬਾਰੇ ਤੁਹਾਡੇ ਤੋਂ ਵਿਸਥਾਰ ਦੇ ਵਿੱਚ ਜ਼ਰੂਰ ਜਾਣਨਾ ਚਾਹਾਂਗੇ। ਇਹ ਦੇਖੋ, ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ, ਬਿਕੋਜ਼ ਅੱਜ ਕੱਲ੍ਹ ਡਿਜੀਟਲ ਯੁੱਗ ਹੈ ਜੀ। ਤਾਂ ਚਾਹੇ ਬੱਚੇ ਹੈਗੇ ਨੇ ਜਾਂ ਯੰਗਸਟਰਸ ਹੈ, ਔਰ ਯੰਗਸਟਰਸ ਨੂੰ ਸ਼ੌਕ ਹੁੰਦਾ ਹੈ, ਸਾਡੇ ਵਰਗੇ ਜਿਨ੍ਹਾਂ ਨੇ 30 ਸਾਲ ਦੀ ਸਰਵਿਸ ਕਰ ਲਈ ਆਲਮੋਸਟ, ਤੇ ਉਹ ਅਸੀਂ ਹੋ ਸਕਦਾ ਡਿਜੀਟਲ ਨੂੰ ਇੰਨਾ ਜ਼ਿਆਦਾ ਧਿਆਨ ਨਾ ਦਈਏ ਜੀ। ਪਰ ਜਿਹੜੀ ਟੀਨੇਜਰਸ ਹੈ ਜਾਂ ਯੰਗ ਪੀਪਲ ਹੈ ਜਾਂ ਜਿਨ੍ਹਾਂ ਨੇ ਆਪਣਾ ਘਰ ਚਲਾਉਣਾ ਹੈ, ਤੇ ਹੁਣ ਉਹ ਡਿਜੀਟਲ ਕੰਪਿਊਟਰ ਜਾਂ ਫੋਨ ਦੇ ਰਾਹੀਂ ਆਪਣਾ ਸਾਰਾ ਕੁਝ ਕੰਮ ਕਰਦੇ ਹੈ ਜੀ। ਔਰ ਕੋਈ ਕਿਸੇ ਨੇ ਜਾਣਕਾਰੀ ਵੀ ਲੈਣੀ ਹੈ ਤਾਂ ਉਹ ਜਾਣਦਾ ਹੈ। ਪਰ ਇਹਦੇ ਲਈ ਸਾਨੂੰ ਹੁਣ ਇੰਨਾ ਜ਼ਿਆਦਾ ਕ੍ਰਾਈਮ ਇਹਦੇ ਤੇ ਹੋ ਰਿਹਾ ਹੈ ਕੰਪਿਊਟਰ ਦੇ ਦੁਆਰਾ ਜੀ, ਔਰ ਲੋਕਾਂ ਨੂੰ ਇਹਦੇ ਬਾਰੇ ਬਹੁਤ ਘੱਟ ਜਾਣਕਾਰੀ ਹੈ ਜੀ ਕਿ ਕੀ ਰਿਸਕਸ ਆਰ ਐਸੋਸੀਏਟਿਡ ਬਾਈ ਬੀਇੰਗ ਆਨਲਾਈਨ ਜੀ। ਐਂਡ ਉਹਦੇ ਲਈ ਪੰਜਾਬ ਪੁਲਿਸ ਨੇ ਪਿਛਲੇ 3 ਮਹੀਨਿਆਂ ਦਾ ਇੱਕ ਸਾਈਬਰ ਸੁਰੱਖਿਆ ਕੈਂਪੇਨ ਚਲਾਇਆ ਸੀ ਜੀ, ਜਿਹਦੇ ਵਿੱਚ ਕਿ ਕਿਹੜੀ ਰਿਸਕਸ ਹੁੰਦੀਆਂ ਨੇ ਆਨਲਾਈਨ, ਸਪੈਸ਼ਲੀ ਔਰਤਾਂ ਨੂੰ ਜੀ, ਬੱਚਿਆਂ ਨੂੰ ਜੀ। ਬੱਚੇ ਜੋ ਹੈ ਆਨਲਾਈਨ ਗੇਮਿੰਗ ਕਰਦੇ ਨੇ ਜੀ, ਉਹਦੇ ਵਿੱਚ ਉਹਦੇ ਕਿਵੇਂ ਸ਼ਿਕਾਰ ਬਣ ਜਾਂਦੇ ਨੇ, ਇੱਕ ਐਡਿਕਸ਼ਨ ਬਣ ਜਾਂਦੀ ਹੈ ਜੀ, ਉਹਨੂੰ ਛੱਡ ਨਹੀਂ ਸਕਦੇ। ਆਪਣੇ ਮਾਂ-ਬਾਪ ਦਾ ਪੈਸਾ ਲਗਾ ਦਿੰਦੇ ਨੇ ਉਹਦੇ ਵਿੱਚ ऑनलाइन गेमां खरीदन जी बिल्कुल। और दूसरा जो विमेन है हुन लेडीज़ नू भी इन्नी समझ लो समझ नहीं हैगी, या क्योंकि यंग एज है वो अपनी उस जोश विच ज़माना भी चेंज हो गया। साडे टाइम ते कुड़ियां भी थोड़ी जी समझ के रहंदियां सीगियां, अजकल वो शेयर करदियां बहुत कुछ, इंटीमेट डिटेल्स अपनी शेयर कर लैंदियां ने लड़कियां नाल। और एक जनरेशन गैप भी है, वो अपनी जड़ी 18 साल दी लड़की है वो अपने फ्रेंड्स दे नाल वो कुछ शेयर कर लेंदी है जो अपने उहदे पेरेंट्स नाल कदी गल भी नहीं कीती। बिल्कुल। और पेरेंट्स नू उहदे बारे पता भी नहीं कि वो की कर रही है जी। प्रॉब्लम उदों आंदी है जदों इहो जिहा इंटीमेट डिटेल जदों 1-to-1 होए फिर तो ठीक है जी, लेकिन जिहड़ा उहदा बॉयफ्रेंड है या कोई उहदा फ्रेंड सो कॉल्ड फ्रेंड है वो ओहो जी जिहड़ी फोटोज़ हैं उन्हां नू ऑनलाइन कर दिंदा जी, और ਉਹਦੇ ਨਾਲ ਬੜੀ ਬੇਇੱਜ਼ਤੀ ਹੁੰਦੀ ਹੈ ਜੀ, ਸਾਰੀ ਪਬਲਿਕ ਦੇਖ ਸਕਦੀ ਹੈ, ਸੋਸ਼ਲ ਮੀਡੀਆ ਤੇ ਉਹਨੂੰ ਫੈਲਾ ਦਿੰਦੇ ਹੈ। ਸੋ ਇਹ ਜਿਹੜੇ ਸਾਰੇ ਚੀਜ਼ਾਂ ਹੈ ਇਹਨਾਂ ਨੂੰ ਨਿਰਠਣ ਲਈ IT ਐਕਟ ਬਣਿਆ ਹੋਇਆ ਜੀ। ਸੋ ਜਿਹਦੇ ਵਿੱਚ ਸਾਰੇ ਕਾਨੂੰਨ ਹੈ ਕਿ ਉਹਦੇ ਨਾਲ ਤੁਸੀਂ ਉਹਦੇ ਤੇ ਐਕਸ਼ਨ ਲੈ ਸਕਦੇ ਹੋ ਜੀ। ਸੋ ਇਹਦੀ ਜੋ ਲੋਕਾਂ ਨੂੰ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਾਡੀ ਪੰਜਾਬ ਪੁਲਿਸ ਦਾ ਜਿਹੜਾ ਫੇਸਬੁੱਕ ਪੇਜ ਹੈ ਜੀ, ਉਹਨੂੰ ਪੰਜਾਬ ਪੁਲਿਸ ਇੰਡ ਕਹਿੰਦੇ ਹੈ ਜੀ। ਤਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਅਸੀਂ ਇਹ ਸਾਈਬਰ ਸੁਰੱਖਿਆ ਕੈਂਪੇਨ ਦੇ ਦੌਰਾਨ ਜੀ ਜਿਹੜੇ ਵੀ ਇਹ ਸਾਰੇ ਟੌਪਿਕ ਸੀਗੇ ਜਿਹਦੇ ਵਿੱਚ ਸਾਈਬਰ ਸਿਕਿਉਰਿਟੀ ਸੰਬੰਧਿਤ ਜੋ ਵੀ ਸੀਗਾ ਉਹਨੂੰ ਅਸੀਂ ਰਿਕਾਰਡਡ ਸਾਡੀਆਂ ਵੈਬੀਨਾਰਸ ਉਹਦੇ ਤੇ ਅਵੇਲੇਬਲ ਹੈ ਜੀ। ਸੋ ਸਾਰੇ ਵਿਸ਼ਿਆਂ ਤੇ ਜਿਹੜੇ ਵੀ ਮੁਕੰਮਲ ਜੀ। ਸੋ ਕਿਸੇ ਨੂੰ ਵੀ ਕੋਈ ਜਾਣਕਾਰੀ ਚਾਹੀਦੀ ਹੋਏ ਤਾਂ ਉਹ ਜਾ ਕੇ ਉਹਨਾਂ ਨੂੰ ਦੇਖ ਸਕਦਾ ਹੈ ਉਹਦੇ ਬਾਰੇ, ਔਰ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਜ਼ਰੂਰੀ ਬਹੁਤ ਹੈ, ਗੱਲਾਂ ਦੇ ਨਾਲ ਨਾਲ ਗੀਤ ਵੀ।
ਪ੍ਰੋਗਰਾਮ ਗੱਲਾਂ ਤੇ ਗੀਤ ਹੈ ਤੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ। ਸਾਡੇ ਦਰਸ਼ਕ ਵੀ ਉਡੀਕ ਰਹੇ ਹੋਣਗੇ ਕਦੋਂ ਉਹਨਾਂ ਨੂੰ ਗੀਤ ਦਿਖਾਈਏ। ਆਪਾਂ ਰਲ ਮਿਲ ਕੇ ਨਾ ਸਾਰੇ ਜਣੇ ਆਹ ਗੀਤ ਦੇਖਦੇ ਹਾਂ। ਪਹਿਲਾਂ ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਐ ਧੀਏ, ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈ ਐ ਧੀਏ। ਕਿਹੜੇ ਘਰ ਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਇੱਕ ਧੋਬੀ ਲਈ ਸੀਤਾ ਮਾਂ ਨੂੰ ਰਾਮ ਵਿਸਾਰ ਗਏ, ਜੂਏ ਵਿੱਚ ਦਰੋਪਤੀਏ ਤੈਨੂੰ ਪਾਂਡੋ ਹਾਰ ਗਏ। ਇੱਕ ਧੋਬੀ ਲਈ ਸੀਤਾ ਮਾਂ ਨੂੰ ਰਾਮ ਵਿਸਾਰ ਗਏ, ਜੂਏ ਵਿੱਚ ਦਰੋਪਤੀਏ ਤੈਨੂੰ ਪਾਂਡੋ ਹਾਰ ਗਏ। ਜੀ ਕਰਦਾ ਮੈਂ ਆਪਣੀ ਕਿਸਮਤ ਤੈਨੂੰ ਹਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ, ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ। ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ, ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ। ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਮਰ ਜਾਣੇ ਦੇ ਅੰਦਰ ਵਸਦੀ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਗੁਰਦਾਸ ਮਾਨ ਹੁਣਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਦੇਖਿਆ ਤੇ ਹੁਣ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਬरुण कौर मान। ਸਾਡਾ ਅੱਜ ਦਾ ਵਿਸ਼ਾ ਹੈ ਔਰਤਾਂ ਵਿਰੁੱਧ ਵੱਧ ਰਹੇ ਅਪਰਾਧ। ਇਸ ਵਿਸ਼ੇ ਦੇ ਬਾਬਤ ਸਾਡੇ ਨਾਲ ਅੱਜ ਗੱਲਬਾਤ ਕਰ ਰਹੇ ਨੇ ਸਟੂਡੀਓ ਦੇ ਵਿੱਚ ਗੁਰਪ੍ਰੀਤ ਦਿਓ, IPS ADGP।
ਦੁਬਾਰਾ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ। ਗਾਣਾ ਵੀ ਥੋੜਾ ਇਮੋਸ਼ਨਲ ਸੀਗਾ ਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਇੱਕ ਨਵਾਂ ਜਿਹਾ ਕਨਸੈਪਟ ਉੱਭਰ ਕੇ ਸਾਹਮਣੇ ਆਇਆ। ਹਾਂਜੀ। ਇਸ ਦੇ ਬਾਰੇ ਤਾਂ ਮੈਂ ਕਹਿੰਦੀ ਗੱਲਬਾਤ ਨਾ ਹੋਈ ਨਾ ਤੇ ਪ੍ਰੋਗਰਾਮ ਅਧੂਰਾ ਰਹਿ ਜਾਣਾ। हाँ नहीं, बिल्कुल ठीक है वरुण जी। आजकल ये सब तो मेरा फेवरेट टॉपिक है ਜੀ तो पंजाब पुलिस महिला मित्र ਦਾ ਜਿਹੜਾ ਅਸੀਂ ਇਹ ਸਕੀਮ ਚਲਾਈ ਸੀਗੀ, ਬੇਸਿਕਲੀ ਗਵਰਨਮੈਂਟ ਆਫ ਇੰਡੀਆ ਨੇ ਸਾਰੇ ਸਟੇਟਸ ਵਿੱਚ ਕਿਹਾ ਸੀਗਾ ਕਿ ਵਿਮਨ ਹੈਲਪ ਡੈਸਕ ਜ਼ਰੂਰ ਹੋਣੇ ਚਾਹੀਦੇ, ਜੀ ਕਿਉਂਕਿ ਜਦੋਂ ਵੀ ਔਰਤਾਂ ਜਾਂਦੀਆਂ ਨੇ ਥਾਣਿਆਂ ਵਿੱਚ, ਜੀ ਮੇਲ ਡੋਮੀਨੇਟਡ ਪੁਲਿਸ ਫੋਰਸ ਹੈ ਤੇ ਉਹਨਾਂ ਨੂੰ ਮੇਲਸ ਦੇ ਨਾਲ ਗੱਲ ਕਰਨੀ ਪੈਂਦੀ ਹੈ ਔਰ ਜਿਵੇਂ ਸਾਡੀ ਸੁਸਾਇਟੀ ਹੈ, ਲੇਡੀਜ਼ ਇੰਨੀ ਕੰਫਰਟੇਬਲ ਹੁੰਦੀਆਂ ਨਹੀਂ ਬੰਦਿਆਂ ਨਾਲ ਗੱਲ ਕਰਦੇ ਹੋ, ਸਪੈਸ਼ਲੀ ਪੁਲਿਸ ਦੇ ਨਾਲ। ਜੀ ਤੋ ਇਸ ਕਰਕੇ ਅਸੀਂ ਇੱਕ ਜਿਹੜਾ ਜਦੋਂ ਅਸੀਂ ਪੰਜਾਬ ਵਿੱਚ ਇਹਨੂੰ ਅਡਾਪਟ ਕੀਤਾ ਤੇ ਅਸੀਂ ਹੁਣ 382 ਪੁਲਿਸ ਸਟੇਸ਼ਨਸ ਵਿੱਚ ਜੀ ਦੋ ਵਿਮਨ ਆਫੀਸਰਸ ਨੂੰ ਲਗਾਇਆ ਹੈ ਔਰ ਉਹਨਾਂ ਨੂੰ ਡੈਜ਼ਿਗਨੇਟ ਕੀਤਾ ਹੈ ਪੰਜਾਬ ਪੁਲਿਸ ਮਹਿਲਾ ਮਿੱਤਰ। ਜੀ ਸੋ ਬੇਸਿਕਲੀ ਪੰਜਾਬ ਪੁਲਿਸ ਮਹਿਲਾ ਮਿੱਤਰ ਵਿਮਨ ਅਫੀਸ਼ੀਅਲਸ ਹੈਗੇ ਨੇ, ਜੀ ਜੋ ਕਿ 382 ਪੁਲਿਸ ਸਟੇਸ਼ਨਸ ਵਿੱਚ ਦੋ ਵਿਮਨ ਅਫੀਸ਼ੀਅਲਸ 9 ਤੋਂ 6 ਅਵੇਲੇਬਲ ਰਹਿਣਗੇ। ਜੀ ਸਾਰੀ ਵਿਮਨ ਰਿਲੇਟਡ ਕੰਪਲੇਂਟਸ, ਵਿਮਨ ਵੀ ਨਹੀਂ, ਵਿਮਨ ਸੀਨੀਅਰ ਸਿਟੀਜ਼ਨਸ ਔਰ ਬੱਚਿਆਂ ਦੀ ਜਿਹੜੀਆਂ ਵੀ ਕੰਪਲੇਂਟਸ ਹੋਣਗੀਆਂ ਜੀ ਉਹ ਇਹ ਦੇਖਣਗੇ। ਜੀ ਸੋ ਇਹ ਕਨਸੈਪਟ ਹੈ ਤਾਂ ਕਿ ਜਦੋਂ ਔਰਤਾਂ ਥਾਣੇ ਵਿੱਚ ਜਾਣ ਉਹ ਬੇਝਿਜਕ ਜਾਣ। ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਕੋਈ ਘਰੇਲੂ ਹਿੰਸਾ ਦੀ, ਕੋਈ ਯੌਨ ਸ਼ੋਸ਼ਣ ਦੀ, ਜਿਹਦੇ ਜੀ। ਬਾਰੇ ਬੰਦਿਆਂ ਨਾਲ ਗੱਲ ਕਰਨੀ ਮੁਸ਼ਕਿਲ ਹੈ, ਜੀ ਤਾਂ ਉਹ ਲੇਡੀਜ਼ ਨਾਲ ਗੱਲ ਕਰ ਸਕਦੀ ਹੈ। ਸਾਡੇ ਪੰਜਾਬ ਪੁਲਿਸ ਵਿੱਚ ਬਹੁਤ ਅੱਛੇ ਪਿਛਲੀ ਜਿਹੜੀ ਰਿਕਰੂਟਮੈਂਟਸ ਹੋਈਆਂ ਨੇ ਉਹਦੇ ਵਿੱਚ ਬਹੁਤ ਯੰਗ ਵੈਲ ਕੁਆਲੀਫਾਈਡ ਵਿਮਨ ਆਫੀਸਰਸ ਹਰ ਰੈਂਕ ਵਿੱਚ ਸਾਡੇ ਕੋਲ ਆਈਆਂ ਨੇ ਐਂਡ ਇਸ ਸਾਲ ਵੀ ਰਿਕਰੂਟਮੈਂਟ ਹੋਣੀ ਹੈ ਜੀ ਜਿਹਦੇ ਵਿੱਚ ਪੰਜਾਬ ਸਰਕਾਰ ਨੇ 33% ਰਿਜ਼ਰਵੇਸ਼ਨ ਰੱਖੀ ਹੈ ਵਿਮਨ ਲਈ। ਜੀ। ਸੋ ਉਹਦੇ ਵਿੱਚ ਵੀ ਸਾਡੀ ਆਲਮੋਸਟ 3000 ਵਿਮਨ ਅਫੀਸ਼ੀਅਲਸ ਹੋਰ ਆਉਣਗੀਆਂ। ਜੀ ਸੋ ਜਿਹੜੀ ਇਹ ਪੰਜਾਬ ਪੁਲਿਸ ਮਹਿਲਾ ਮਿੱਤਰ ਦੀ ਜਿਹੜੀ ਸਕੀਮ ਹੈ ਉਹਨੂੰ ਹੋਰ ਸਟਰੈਂਥ ਮਿਲੇਗੀ। ਇਹ ਬਹੁਤ ਅੱਛੀ ਗੱਲ ਹੈ। ਜਦੋਂ ਕਹਿੰਦੇ ਨੇ ਕਿ ਬੰਦਾ ਕਿਸੇ ਦਿੱਕਤ ਦੇ ਵਿੱਚ ਹੋਵੇ, ਜਦੋਂ ਇੱਕ ਕੁੜੀ ਦਿੱਕਤ 'ਚ ਹੁੰਦੀ ਹੈ ਉਹ ਆਪਣੀ ਮਾਂ ਨਾਲ ਗੱਲ ਕਰਨੀ ਚਾਹੁੰਦੀ ਹੈ, ਜਦੋਂ ਬੇਟਾ ਕਿਸੇ ਇਦਾਂ ਦੀ ਦਿੱਕਤ 'ਚ ਹੁੰਦਾ ਉਹ ਆਪਣੇ ਬਾਪ ਨਾਲ ਗੱਲ ਕਰਦਾ ਹੈ। ਕੁਦਰਤੀ ਤੌਰ ਤੇ ਹੈ ਕਿ ਤੁਸੀਂ ਆਪਣੇ ਨਾਲ ਦੇ ਜੈਂਡਰ ਦੇ ਨਾਲ ਕੰਫਰਟੇਬਲ ਹੁੰਦੇ ਹੋ ਤੇ ਬਹੁਤ ਸ਼ਲਾਘਾਯੋਗ ਕਦਮ ਹੈ ਤੇ ਉਮੀਦ ਕਰਦੇ ਹਾਂ ਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਇਸ ਝਿਜਕ ਤੋਂ ਆਪਣੀ ਆਵਾਜ਼ ਨਹੀਂ ਸੀ ਚੱਕਦੀਆਂ ਕਿ ਮੈਂ ਜਾ ਕੇ ਕਿਸੇ ਮਰਦ ਨੂੰ ਆਪਣੀ ਕੀ ਸਮੱਸਿਆ ਦੱਸਾਂਗੀ, ਉਸ ਦੇ ਨਾਲ ਕਾਫੀ ਔਰਤਾਂ ਦੇ ਰਾਹ ਖੁੱਲ ਗਿਆ। ਹਾਂਜੀ ਹਾਂਜੀ ਬਿਲਕੁਲ। ਔਰ ਇਸ ਤੋਂ ਇਹਦੇ ਨਾਲ ਇਹਨੂੰ ਅਸੀਂ ਨਾਮ ਹੋਰ ਵੀ ਦਿੱਤਾ ਹੈ ਜੀ ਸਾਂਝ ਸ਼ਕਤੀ। ਜੀ ਸੋ ਸਾਡੇ ਪੰਜਾਬ ਵਿੱਚ ਆਲਰੇਡੀ ਮੈਂ ਕਮਿਊਨਿਟੀ ਅਫੇਅਰਸ ਡਿਵੀਜ਼ਨ ਹੈਡ ਕਰਦੀ ਹਾਂ। ਜੀ ਸੋ ਉੱਥੇ ਸਾਡੇ ਸਾਂਝ ਸੈਂਟਰ ਬਣੇ ਹੋਏ ਹੈ ਹਰ ਇੱਕ ਪੁਲਿਸ ਸਟੇਸ਼ਨ ਵਿੱਚ ਜੀ ਔਰ ਉਹ ਬਿਲਡਿੰਗਸ ਹੈਗੀਆਂ ਨੇ, ਸਾਂਝ ਕੇਂਦਰ ਹੈ ਜਿਹੜੇ ਕਿ ਥਾਣੇ ਦੇ ਨਾਲ ਲੱਗਦੀ ਐਡਜੈਸੈਂਟ ਇੰਡੀਪੈਂਡੈਂਟ ਬਿਲਡਿੰਗ ਹੈ। ਜੀ ਉਹਨੂੰ ਅਸੀਂ ਵੱਖਰੀ ਸ਼ਕਲ ਦਿੱਤੀ ਹੋਈ ਹੈ, ਵੱਖਰਾ ਉਹਦਾ ਇਨਫਰਾਸਟ੍ਰਕਚਰ ਹੈ। ਜੀ ਉਹਦੇ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਬੈਠੇਗੀ ਜੀ ਔਰ ਇਸ ਕਰਕੇ ਜਿਹੜੀ ਮੇਨ ਥਾਣੇ ਵਿੱਚ ਵੀ ਜਾਣ ਦੀ ਲੋੜ ਨਹੀਂ ਹੈ ਵੁਮਨ ਨੂੰ। ਜੀ ਸੋ ਇਹ ਛੋਟੀ ਸੀ ਜੀ ਜਗ੍ਹਾ, ਜਿੰਨੀ ਕੁ ਜਗ੍ਹਾ 'ਚ ਅਸੀਂ ਬੈਠੇ ਹਾਂ, ਥੋੜੀ ਜਿਹੀ ਇਸ ਤੋਂ ਵੱਡੀ ਹੋਏਗੀ। ਜੀ ਉੱਥੇ ਇੱਕ ਟੇਬਲ ਲੱਗਿਆ ਹੋਏਗਾ, ਉੱਥੇ 2 ਵਿਮਨ ਅਫੀਸ਼ੀਅਲਸ ਬੈਠੀਆਂ ਹੋਣਗੀ ਜੀ ਔਰ ਇੱਕ ਸਾਂਝ ਦਾ ਕੰਪਿਊਟਰ ਆਪਰੇਟਰ ਹੋਏਗਾ। ਜੀ ਸੋ ਉਹ ਸਾਂਝ ਕੇਂਦਰ ਹੀ ਹੁਣ ਸਾਡੇ ਰਿਪੋਰਟਿੰਗ ਸੈਂਟਰਸ ਹੋ ਗਏ ਫॉर ਕ੍ਰਾਈਮ ਅਗੇਂਸਟ ਵਿਮਨ, ਚਿਲਡਰਨ ਐਂਡ ਸੀਨੀਅਰ ਸਿਟੀਜ਼ਨਸ। ਜੀ ਸੋ ਕੋਈ ਵੀ ਮਹਿਲਾ ਕਿਸੇ ਨੂੰ ਜਾਂ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਏ, ਜੀ ਕੋਈ ਸੈਕਸ਼ੂਅਲ ਅਸੌਲਟ ਦੀ ਗੱਲ ਹੋਏ, ਕੋਈ ਰੇਪ ਦੀ ਗੱਲ ਹੋਏ, ਇਸ ਤਰ੍ਹਾਂ ਦੇ ਸੈਂਸਿਟਿਵ ਮਸਲੇ ਹੋਣ ਜੀ ਤੇ 9 ਤੋਂ 6 ਦੇ ਵਿਲ ਬੀ ਅਵੇਲੇਬਲ। ਜੀ ਪਰ ਅਦਰਵਾਈਜ਼ ਇਹਨਾਂ ਦੇ ਜਿਹੜੇ ਨੰਬਰ ਹੈ ਉਹ ਅਵੇਲੇਬਲ ਹੋਣਗੇ ਔਨ ਦਾ ਪੰਜਾਬ ਪੁਲਿਸ ਵੈਬਸਾਈਟ ਜੀ ਆਲਸੋ। ਸਾਡਾ ਕੋਈ ਨੰਬਰ ਵੀ ਜੇ ਹੋਵੇ ਜਿੱਥੇ ਹੈਲਪਲਾਈਨ ਨੰਬਰ ਹੋਣਗੇ, ਜੋ email ID 181 ਸਾਡਾ ਹੈਲਪਲਾਈਨ ਨੰਬਰ ਹੈ ਜੀ ਤੁਸੀਂ ਔਰ ਸਕਰੀਨ ਤੇ ਔਰ ਹਾਂ ਔਰ ਇਹ ਜਿਹੜਾ ਹੈਲਪਲਾਈਨ ਨੰਬਰ ਹੈ ਇਹ ਡੈਡੀਕੇਟਿਡ ਹੈਲਪਲਾਈਨ ਨੰਬਰ ਹੈ ਫॉर ਵਿਮਨ, ਚਿਲਡਰਨ ਐਂਡ ਸੀਨੀਅਰ ਸਿਟੀਜ਼ਨਸ। ਔਰ ਇਹਨੂੰ ਅਸੀਂ ਨਾਨ ਐਮਰਜੈਂਸੀ ਹੈਲਪਲਾਈਨ ਵੈਸੇ ਕਿਹਾ ਹੋਇਆ ਹੈ। ਐਮਰਜੈਂਸੀ ਵਿੱਚ ਵੀ ਕੋਈ ਕਰ ਸਕਦਾ ਅਗਰ ਕਰਨਾ ਚਾਹੇ, ਪਰ ਅਗਰ ਬਿਲਕੁਲ ਐਮਰਜੈਂਸੀ ਹੋਏ, ਤੁਹਾਨੂੰ ਕੋਈ ਚਾਕੂ ਦੇ ਨਾਲ ਪਿੱਛੇ ਮਾਰ ਰਿਹਾ ਹੈ ਜਾਂ ਤੁਹਾਡੀ ਜਾਨ ਨੂੰ ਖਤਰਾ ਹੈ, ਫਿਰ ਅਸੀਂ ਐਮਰਜੈਂਸੀ ਹੈਲਪਲਾਈਨ 112 ਹੈ। ਖਾਸ ਗੱਲ ਹੈ ਕਿ ਇਹ ਦੋਨੋਂ 24/7 ਹੈ ਜੀ ਔਰ ਇਹਦੇ ਵਿੱਚ ਕਿਸੇ ਵੀ ਔਰਤ ਨੂੰ ਥਾਣੇ ਜਾਣ ਦੀ ਇਮੀਡੀਏਟਲੀ ਲੋੜ ਨਹੀਂ ਹੈ। ਜੀ ਈਮੇਲ ਆਈਡੀ ਵੀ ਸਾਡੇ ਦਰਸ਼ਕ ਜਿਹੜੇ ਨੇ ਸਕਰੀਨ ਤੇ ਦੇਖ ਸਕਦੇ ਨੇ 181@punjabpolice.government.in
ਤੇ ਇੱਕ WhatsApp ਨੰਬਰ ਵੀ ਸਾਨੂੰ ਸਕਰੀਨ ਤੇ ਦਿਖ ਰਿਹਾ। ਹਾਂਜੀ, ਇਹ ਵੀ 181 ਦਾ ਹੀ ਹੈ। ਸੋ ਇਹ ਜਿਹੜੀ 181 ਦਾ ਜਿਹੜਾ ਸਾਂਝ ਸ਼ਕਤੀ ਹੈਲਪਲਾਈਨ ਇਹਨੂੰ ਆਪਾਂ ਕਹਿੰਦੇ ਆ ਜੀ, ਔਰ ਇਹ ਸਾਂਝ ਸ਼ਕਤੀ ਔਮਨ ਹੈਲਪ ਡੈਸਕ ਹੈ। ਇਹਨਾਂ ਨੂੰ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਪੰਜਾਬ ਨੇ ਇੰਟਰਨੈਸ਼ਨਲ ਵੂਮਨਸ ਡੇ 8 ਮਾਰਚ ਨੂੰ ਲਾਂਚ ਕੀਤਾ ਸੀਗਾ ਜੀ, ਵਰਚੁਅਲੀ। ਸੋ ਇਹ ਜਿਹੜਾ ਅੱਜ ਦਾ ਵੀ ਸਾਡੀ ਜਿਹੜੀ ਗੱਲਬਾਤ ਹੈ, ਇਹ ਸਾਡੇ ਲਈ ਬੜਾ ਅੱਛਾ ਪਲੇਟਫਾਰਮ ਹੈ ਜੀ, ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸ ਸਕੀਏ ਕਿ ਇਹ ਜਿਹੜਾ 8 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਲਾਂਚ ਕੀਤਾ ਜੀ, ਜਿਹੜਾ ਉਪਰਾਲਾ, ਇਹਦੀ ਜਿਹੜੀ ਰੀਚ ਹੈ ਲੋਕਾਂ ਨੂੰ ਪਤਾ ਵੀ ਲੱਗੇ, ਕਿਉਂਕਿ ਜਿੰਨੀ ਜ਼ਿਆਦਾ ਗੱਲ ਹੋਏਗੀ ਇਹਦੇ ਬਾਰੇ ਉਸ ਤਰ੍ਹਾਂ ਹੀ ਲੋਕ ਪਹੁੰਚ ਸਕਣਗੇ। ਜਿਵੇਂ 181 ਜਿਹੜੀ ਹੈਲਪਲਾਈਨ ਹੈ ਜੀ, ਇਹਦੇ ਵਿੱਚ ਅਸੀਂ ਇਹ ਵੀ ਰੱਖਿਆ ਹੈ ਕਿ ਅਗਰ ਕੋਈ ਲੜਕੀ, ਜਿਵੇਂ ਕਿਸੇ ਨੂੰ ਕੋਈ ਫੋਨ ਬਹੁਤ ਕਰਦੇ ਹੈ ਕਈ ਵਾਰ ਲੜਕੇ, ਜੀ ਬਿਲਕੁਲ ਪਰੇਸ਼ਾਨ ਫੋਨ ਕਰਕੇ ਪਰੇਸ਼ਾਨ ਕਰਦੇ ਹੈ, ਉਹਨੂੰ ਗੰਦੀਆਂ ਗਾਲਾਂ ਕੱਢਦੇ ਨੇ, ਜਾਂ ਕੋਈ ਲੜਕੀ ਨੂੰ ਵੈਸੇ ਪਰੇਸ਼ਾਨ ਕਰਦੇ ਨੇ, ਜਾਂ ਉਹਨੂੰ ਪ੍ਰਪੋਜ਼ਲ ਕਰਨਾ ਚਾਹੁੰਦੇ ਹੈ, ਲੜਕੀ ਇੰਟਰਸਟਿਡ ਨਹੀਂ ਹੁੰਦੀ, ਤਾਂ ਉਹੋ ਜਿਹੇ ਮਸਲਿਆਂ ਵਿੱਚ ਸਾਡੀ ਜਿਹੜੀ ਪੰਜਾਬ ਪੁਲਿਸ ਦੀ ਟੀਮ ਬੈਠੀ ਹੋਈ ਹੈ 181 ਤੇ ਜੀ, ਉਹ ਜਦੋਂ 181 ਦੀ ਵੂਮਨ ਆਪਰੇਟਰ ਤੁਹਾਡੀ ਕਾਲ ਸੁਣੇਗੀ ਜੀ, ਔਰ ਉਹ ਫਿਰ ਪੰਜਾਬ ਪੁਲਿਸ ਦਾ ਆਫੀਸ਼ੀਅਲ ਉਸ ਬੰਦੇ ਨੂੰ ਫੋਨ ਕਰੇਗਾ ਜੀ, ਕਿ ਜੋ ਤੁਹਾਡੀ ਇਹ ਸ਼ਿਕਾਇਤ ਆਈ ਹੈ ਔਰ ਅਗਰ ਤੁਸੀਂ ਨਾ ਬੰਦੇ ਬਣੇ ਤੇ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋਏਗੀ ਜੀ, ਔਰ 99% ਆਫ ਦਾ ਟਾਈਮ ਇੰਨਾ ਹੀ ਕਹਿਣਾ ਉਹਨਾਂ ਲਈ ਕਾਫੀ ਹੁੰਦਾ ਹੈ ਜੀ, ਔਰ ਆਲਰੇਡੀ ਸਾਡੀ ਇਹ ਹੈਲਪਲਾਈਨ ਚੱਲ ਪਈ ਹੈ, ਇਸ ਤਰ੍ਹਾਂ ਦੇ ਕੇਸਿਸ ਆ ਰਹੇ ਨੇ ਔਰ ਉਹ ਫੋਨ ਤੇ ਹੀ ਰਿਜ਼ੋਲਵ ਹੋ ਮੇਰਾ ਰਹੇ ਇਹੀ ਨੇ। ਸੋ ਸਵਾਲ ਲੜਕਿਆਂ ਨੂੰ ਥਾਣੇ ਵੀ ਜਾਣ ਦੀ ਲੋੜ ਨਹੀਂ ਜੀ, ਹੈ। ਮੇਰਾ ਇਹੀ ਸਵਾਲ ਸੀ ਤੁਹਾਨੂੰ ਕਿ ਹੁਣ ਤਾਂ ਕਾਫੀ ਦਿਨ ਹੋ ਗਏ ਫੋਨ ਨੰਬਰਸ ਵੀ ਲਾਂਚ ਹੋਇਆ ਨੂੰ, ਈਮੇਲ ਆਈਡੀ ਲਾਂਚ ਹੋਈ ਨੂੰ, WhatsApp ਨੰਬਰ ਵੀ ਬਹੁਤ ਅੱਛੀ ਚੀਜ਼ ਹੈ, ਕਿਉਂਕਿ ਕਈ ਵਾਰੀ ਬੰਦਾ ਬੋਲ ਕੇ ਨਹੀਂ ਗੱਲ ਦੱਸ ਸਕਦਾ, ਟਾਈਪ ਕਰਕੇ ਆਪਾਂ ਕੰਫਰਟੇਬਲੀ WhatsApp ਕਰ ਦਿੰਦੇ ਹਾਂ ਕਿਸੇ ਚੀਜ਼ ਨੂੰ। ਕਾਫੀ ਕੇਸਿਸ ਆਉਣ ਲੱਗ ਗਏ ਹੋਣਗੇ ਔਰ ਨਿਪਟਾਰੇ ਵੀ ਹੋਣੇ ਸ਼ੁਰੂ ਹੋ ਗਏ ਹੋਣਗੇ। ਹਾਂਜੀ ਹਾਂਜੀ, ਇਹ ਤਾਂ ਹੁਣ ਅੱਜ ਡੇਟ ਹੈਗੀ ਹੈ 8 ਅਪ੍ਰੈਲ ਹੈ ਜੀ, ਤਾਂ ਉਹ ਪੂਰਾ 1 ਮਹੀਨਾ ਹੋ ਗਿਆ ਲਾਂਚ ਹੋਏ ਨੂੰ। ਸੋ ਜਿਹੜਾ ਹੁਣ ਅੱਜ 7 ਤਰੀਕ ਹੈ, ਮਤਲਬ ਕੱਲ 8 ਹੈ, ਸੋ ਮਤਲਬ ਤਕਰੀਬਨ ਇੱਕ ਮਹੀਨਾ ਹੋ ਗਿਆ ਸਾਡੇ ਲਾਂਚ ਹੋਏ ਨੂੰ ਔਰ ਐਵਰੀ ਡੇ ਵੀ ਆਰ ਗੈਟਿੰਗ 500 ਕਾਲਸ ਔਨ 181 ਹੈਲਪਲਾਈਨ। ਸੋ ਕਾਫੀ ਕਾਲਸ ਹੈਗੀਆਂ ਨੇ ਔਰ ਉਹ ਜੋ ਉਹਨਾਂ ਦਾ ਨਿਪਟਾਰਾ ਵੀ ਹੋ ਰਿਹਾ। ਅਸੀਂ ਉਹਨਾਂ ਨੂੰ ਰੈੱਡ ਕੈਟੇਗਰੀ ਵਿੱਚ ਕੀਤਾ, ਜਿਹੜੀ ਕਿ ਸੀਰੀਅਸ ਕ੍ਰਾਈਮ ਹੈ, ਜਿਵੇਂ ਕੋਈ ਕਹਿੰਦਾ ਹੈ ਕਿ ਮੈਨੂੰ ਮੇਰਾ ਹਸਬੈਂਡ ਮਾਰ ਰਿਹਾ ਹੈ, ਅੱਛਾ ਜੀ, ਤਾਂ ਉਹ ਅਸੀਂ ਉਹਨੂੰ ਰੈੱਡ ਕੈਟੇਗਰੀ ਕਹਿੰਦੇ ਹਾਂ। ਅੱਛਾ ਜੀ, ਅਸੀਂ ਉਸ ਕੰਸਰਨ ਜ਼ਿਲ੍ਹੇ ਨੂੰ ਭੇਜਦੇ ਹਾਂ। ਇਹਦਾ ਜਿਹੜਾ ਸਾਡਾ ਸੈਂਟਰ ਹੈ ਉਹ ਉੱਥੇ ਲੋਕੇਟਡ ਹੈ ਮੋਹਾਲੀ ਵਿੱਚ ਜੀ, ਤੇ ਉੱਥੇ ਉਹ ਕਾਲ ਆਉਂਦੀ ਹੈ, ਫਿਰ ਉਹ ਸਾਰੇ ਕਨੈਕਟਡ ਹੈ, ਸਾਰੇ ਸੌਫਟਵੇਅਰ ਰਾਹੀਂ ਦੇ ਆਰ ਕਨੈਕਟਡ ਟੂ ਦੀ ਆਲ ਦ ਡਿਸਟ੍ਰਿਕਟਸ। ਸੋ ਸਮਝ ਲਓ ਕਿ ਫਾਜ਼ਿਲਕਾ ਜਾਂ ਰਿਮੋਟ ਕੋਈ ਹੋਰ ਮਲੇਰਕੋਟਲਾ ਜਾਂ ਮੁਕੇਰੀਆਂ, ਉੱਥੋਂ ਵੀ ਕੋਈ ਲੜਕੀ ਦੀ ਕੋਈ ਪ੍ਰੋਬਲਮ ਆਉਂਦੀ, ਉਹ 181 ਤੇ ਕਰੇਗੀ ਇਮੀਡੀਏਟਲੀ। ਜਿਹੜੇ ਇਹੋ ਜਿਹੇ ਕੇਸ ਵਿੱਚ ਕਾਲ ਚਲੀ ਜਾਏਗੀ 181 ਤੋਂ ਕੰਸਰਨ ਥਾਣੇ ਵਿੱਚ। ਔਰ ਅਗਰ ਉਹ ਲੜਕੀ ਚਾਹੇ ਤਾਂ ਮਹਿਲਾ ਮਿੱਤਰ ਨਾਲ ਵੀ ਕੰਟੈਕਟ ਕਰ ਸਕਦੀ ਹੈ। ਕਹਿੰਦੇ ਕਿ ਉਹ ਨਜ਼ਰਾਂ ਸਾਨੂੰ ਤਾੜਦੀਆਂ, ਬਿਨਾਂ ਛੂਹੇ ਕਰਦੇ ਜਿਸਮ ਜ਼ਖਮੀ, ਜਦ ਨਜ਼ਰਾਂ ਸਾਨੂੰ ਤਾੜਦੀਆਂ। ਨਜ਼ਰੀ ਬਲਾਤਕਾਰ ਬਹੁਤ ਹੁੰਦੇ ਨੇ ਤੇ ਕਈ ਕੁੜੀਆਂ ਨੂੰ ਦਿੱਕਤ ਆਉਂਦੀਆਂ ਨੇ ਰਸਤੇ 'ਚ, ਚਾਹੇ ਬੱਸ ਸਟੈਂਡ ਦੀ ਗੱਲ ਕਰਦੇ ਹਾਂ ਕਿ ਕੱਲ ਪਰਸੋਂ ਕੋਈ ਸੱਜਣ ਮਿੱਤਰ ਦੱਸ ਰਹੇ ਸੀਗੇ ਕਿ ਉਹਨਾਂ ਦੀ ਬੇਟੀ ਬੱਸ ਸਟੈਂਡ ਤੋਂ ਜਾ ਰਹੀ ਸੀ ਤੇ ਸਾਈਡ ਤੇ ਖੜੇ ਹੋ ਕੇ ਪਿਛਲੇ 1 ਹਫ਼ਤੇ ਤੋਂ ਉਹਨਾਂ ਨੂੰ ਕੁਝ ਲੜਕੇ ਪਰੇਸ਼ਾਨ ਕਰ ਰਹੇ ਸੀ। ਪਰੇਸ਼ਾਨ ਕਰਨ ਦਾ ਸਿਰਫ ਇੱਕ ਹੀ ਤਰੀਕਾ ਸੀ ਕਿ ਉਸਨੂੰ ਦੇਖੀ ਜਾ ਰਹੇ ਆ, ਤੰਗ ਕਰ ਰਹੇ ਆ, ਕਿ ਕਈ ਸੀਟੀਆਂ ਮਾਰ ਦਿੰਦੇ ਨੇ ਜਾਂਦੇ। ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਔਰਤ ਉਸਨੂੰ ਮਹਿਸੂਸ ਕਰ ਲੈਂਦੀ, ਔਰਤ ਕੋਲ ਸ਼ਕਤੀ ਹੈ, ਉਸਨੂੰ ਪਤਾ ਲੱਗ ਜਾਂਦਾ ਹੈ ਕਿ ਸਾਹਮਣੇ ਵਾਲੇ ਦੀ ਅੱਖ ਕਿਸ ਅੱਖ ਨਾਲ ਉਹਨੂੰ ਵੇਖ ਰਹੀ ਹੈ। ਇੱਦਾਂ ਦੀਆਂ ਨਿੱਕੀਆਂ ਕੰਪਲੇਂਟਸ ਵੀ ਹੋ ਸਕਦੀਆਂ ਨੇ। ਦੇਖੋ ਜੀ, ਜਿਹੜਾ ਇੱਕ ਹੈਗੀ ਸੀਟੀਆਂ ਮਾਰਦੇ ਹੈ ਜੀ, ਸੋ ਆਮ ਤੌਰ ਤੇ ਧਾਰਨਾ ਇਹ ਹੈਗੀ ਹੈ ਕਿ ਜੀ ਸੀਟੀਆਂ ਮਾਰਨਾ ਇੱਕ ਕ੍ਰਾਈਮ ਨਹੀਂ ਹੈ, ਤਾਂ ਛੋਟੀ ਜੀ ਗੱਲ ਹੈ ਜੀ। ਲੇਕਿਨ ਇੰਡੀਅਨ ਪੀਨਲ ਕੋਡ ਵਿੱਚ ਸੈਕਸ਼ਨ 509 ਇਹ ਹੈਗਾ ਇਸੇ ਕੰਮ ਲਈ ਜੀ। ਜੇ ਕੋਈ ਲੜਕਾ ਕੋਈ ਵੀ ਇਸ਼ਾਰਾ ਕਰਦਾ ਹੈ ਵਿਦ ਇੰਟੈਂਟ ਕਿ ਲੜਕੀ ਨੂੰ ਪਰੇਸ਼ਾਨ ਕਰਨ ਦੀ ਮੰਤਵ ਨਾਲ ਜੀ, ਤੇ ਉਹ ਜਿਹੜਾ ਇਸ਼ਾਰਾ ਹੈ ਉਹਦੇ ਤੇ ਪੁਲਿਸ ਕਾਰਵਾਈ ਕਰ ਸਕਦੀ ਕਾਨੂੰਨੀ। ਉਹ ਕੋਗਨਾਈਜ਼ੇਬਲ ਅਫੈਂਸ ਹੈ, ਪੁਲਿਸ ਉਹਨੂੰ ਅਰੈਸਟ ਕਰਕੇ ਅੰਦਰ ਪਾ ਸਕਦੀ ਹੈ ਜੀ। ਸੋ ਕੋਈ ਵੀ ਇਸ਼ਾਰਾ, ਕਿਸੇ ਤਰ੍ਹਾਂ ਦਾ ਵੀ ਜੋ ਇਸ਼ਾਰਾ ਹੈ ਲੜਕੀ ਨੂੰ, ਅਗਰ ਉਹ ਲੜਕੀ ਨੂੰ ਅਨਕੰਫਰਟੇਬਲ ਕਰਦਾ ਹੈ ਤਾਂ ਉਹਦੇ ਤੇ ਐਕਸ਼ਨ ਲਿਆ ਜਾ ਸਕਦਾ ਹੈ।
ਜੀ ਅਗਰ ਕੋਈ ਲੜਕੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੜਕਿਆਂ ਦਾ ਝੁੰਡ ਕਿਤੇ ਜਗ੍ਹਾ ਤੇ ਕਿਸੇ ਪਬਲਿਕ ਪਲੇਸ ਤੇ ਖੜਾ ਹੋ ਕੇ ਆਮ ਤੌਰ ਤੇ ਲੜਕੀਆਂ ਨੂੰ ਤੰਗ ਕਰਦਾ ਹੈ, ਜੀ ਤੇ ਉਹਦੇ ਬਾਰੇ ਵੀ 181 ਤੇ ਤੁਸੀਂ ਕੰਪਲੇਨ ਕਰ ਸਕਦੇ ਹੋ, ਤੇ ਉੱਥੇ ਫੌਰਨ ਅਗਰ ਦੱਸਿਆ ਜਾਏ ਕਿ ਫਲਾਣੇ ਬੱਸ ਸਟੈਂਡ ਤੇ ਲੜਕੇ ਖੜੇ ਤੰਗ ਕਰ ਰਹੇ ਹੈ, ਜੀ ਤੋ ਅਸੀਂ ਉਹਨਾਂ ਤੇ ਐਕਸ਼ਨ ਲੈ ਸਕਦੇ ਹਾਂ। ਜੀ ਸੋ ਇਹਦੇ ਵਿੱਚ ਕਾਫੀ ਬੈਨੀਫਿਟ ਹੋਏਗਾ ਔਰਤਾਂ ਨੂੰ। ਜੀ ਜਦੋਂ ਗੱਲ ਹੁੰਦੀ ਹੈ ਕਾਨੂੰਨ ਦੀ, ਹੈ ਨਾ, ਤੇ ਦਿਮਾਗ 'ਚ ਆਉਂਦਾ ਕਿ ਕਿਹੜੇ ਕਾਨੂੰਨ ਸਾਡੇ ਹੱਕ 'ਚ ਨੇ, ਕਿਹੜੇ ਉਹ ਢੰਗ ਤਰੀਕੇ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ, ਉਹ ਕਿਹੜੇ ਕਾਨੂੰਨ ਨੇ? ਹਰ ਇੱਕ ਔਰਤ ਦਾ ਇਹ ਸਵਾਲ ਹੋਏਗਾ। ਦੇਖੋ ਜੀ, ਸਭ ਤੋਂ ਜ਼ਿਆਦਾ ਤਾਂ ਤੁਹਾਡਾ ਜਿਹੜਾ ਰੋਜ਼ਮਰਰਾ ਜ਼ਿੰਦਗੀ ਵਿੱਚ ਤਾਂ ਜਦੋਂ ਲੜਕੀਆਂ ਆਪਾਂ, ਇੱਕ ਤਾਂ ਹੈ ਫੀਮੇਲ ਫੀਟੀਸਾਈਡ ਹੈ, ਜੀ ਜਦੋਂ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਹੈ, ਇੱਕ ਤਾਂ ਉਹ ਕ੍ਰਾਈਮ ਬਹੁਤ ਵੱਡਾ ਕ੍ਰਾਈਮ ਹੈ, ਉਹਦੇ ਤੇ PNDT ਐਕਟ ਬਣਿਆ ਹੋਇਆ ਹੈ। ਜੀ ਸੋ ਕੋਈ ਵੀ ਇੰਡੀਆ ਵਿੱਚ ਤਾਂ ਇਹ ਦੱਸ ਵੀ ਨਹੀਂ ਸਕਦੇ ਕਿ ਸੈਕਸ ਕੀ ਹੈ ਬੱਚੇ ਦਾ, ਜੀ ਬਿਕੋਜ਼ ਇਟ ਇਜ਼ ਅ ਕ੍ਰਾਈਮ ਜੀ ਟੂ ਇਵਨ ਟੈਲ ਦੈਟ। ਸੋ ਸਿਮਿਲਰਲੀ ਜੋ ਬਾਕੀ ਜੋ ਇਹ ਹੈਗੇ ਨੇ ਸੈਕਸ਼ੂਅਲ ਹੈਰੈਸਮੈਂਟ ਵਾਲਾ, ਜੀ ਇਹ ਵੀ IPC ਦੀ ਸ਼ੋਧ ਹੋਈ ਸੀਗੀ 2013 ਵਿੱਚ। ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਗਵਰਨਮੈਂਟ ਆਫ ਇੰਡੀਆ ਨੇ ਨਿਰਭਇਆ ਕਾਂਡ ਦੇ ਬਾਅਦ ਅਮੈਂਡਮੈਂਟਸ ਕੀਤੀਆਂ IPC ਵਿੱਚ, CRPC ਵਿੱਚ। ਤੋ ਉਹਦੇ ਵਿੱਚ ਜਿਹੜਾ 354 ਸੀਗਾ, ਪਹਿਲੇ ਸਿਰਫ 354 ਸੀ ਜਿਹਦੇ 2 ਸਾਲ ਦੀ ਸਜ਼ਾ ਸੀ, ਜੀ ਹੁਣ ਉਹਨੂੰ 354, 354A B C D, ਜੀ ਜਿਹਦੇ ਵਿੱਚ ਸਟਾਕਿੰਗ ਵੀ ਆਂਦੀ ਹੈ। ਸਟਾਕਿੰਗ ਮਤਲਬ ਕੋਈ ਲੜਕੀ ਨੂੰ ਕੋਈ ਪਿੱਛਾ ਕਰ ਰਿਹਾ ਹੈ, ਜੀ ਉਹ ਘਰੋਂ ਜਾ ਰਹੀ ਹੈ ਸਕੂਲ, ਤਾਂ ਉਹਨੂੰ ਰੋਜ਼ ਉਹ ਕੁਝ ਨਹੀਂ ਕਰਦਾ, ਜੀ ਜਿਵੇਂ ਤੁਸੀਂ ਕਹਿ ਰਹੇ ਸੀ ਨਜ਼ਰੀ ਅਤਿਆਚਾਰ ਕਹਿ ਰਿਹਾ, ਉਹ ਬਸ ਉਹਦੇ ਪਿੱਛੇ ਚੱਲ ਰਿਹਾ। ਜੀ ਇਹ ਡਿਫਾਈਨ ਕੀਤਾ ਗਿਆ ਹੈ 354D, ਸਟਾਕਿੰਗ ਕ੍ਰਾਈਮ ਹੈ ਕਿ ਪਿੱਛੇ ਜਾਣਾ ਜਾਂ ਕੁੜੀ ਨੂੰ ਤੰਗ ਕਰਨਾ ਜਾਂ ਈਵਨ ਆਨਲਾਈਨ ਸਟਾਕਿੰਗ ਕਰਨਾ ਵੀ ਕ੍ਰਾਈਮ ਹੈ। ਜੀ ਸਿਮਿਲਰਲੀ ਹੁਣ ਕੁੜੀ ਕੋਈ ਆਪਣੇ ਕਿਸੇ ਵਾਸ਼ਰੂਮ ਵਿੱਚ, ਪਬਲਿਕ ਬਾਥਰੂਮ ਵਿੱਚ ਹੈ, ਕੋਈ ਉਹਨੂੰ ਜਾਂ ਆਪਣੇ ਕੱਪੜੇ ਚੇਂਜ ਕਰ ਰਹੀ ਹੈ ਔਰ ਕੋਈ ਉਹਨੂੰ ਕੀ ਹੋਲ 'ਚ ਤੋਂ ਦੇਖ ਰਿਹਾ ਹੈ ਜੀ ਜਾਂ ਬਾਥਰੂਮ ਦੇ ਰੋਸ਼ਨਦਾਨ ਤੋਂ ਦੇਖ ਰਿਹਾ ਹੈ, ਉਹ ਵੀ ਕ੍ਰਾਈਮ ਹੈ। ਜੀ ਔਰ ਵੈਸੇ ਲੜਕੀ ਨੂੰ ਚੁੰਨੀ ਖਿੱਚਣਾ ਜਾਂ ਕਿਸੇ ਤਾਰ ਦਾ ਧੱਕਾ ਦੇ ਦੇਣਾ ਜਾਂ ਉਹਨੂੰ ਆਪਣੀ ਐਲਬੋ ਲਗਾ ਦੇਣਾ ਪਬਲਿਕ ਪਲੇਸ ਵਿੱਚ ਜਾਣਬੁੱਝ ਕੇ, ਸੋ ਇਹ ਸਾਰਾ ਜੋ ਹੈ ਇਹ 354 ABCD ਵਿੱਚ ਅਮੈਂਡਮੈਂਟਸ ਹੈ। ਜੀ ਸਿਮਿਲਰਲੀ ਜਿਹੜਾ ਐਸਿਡ ਅਟੈਕ ਹੈ, ਜੀ ਪਹਿਲਾਂ ਐਸਿਡ ਅਟੈਕ ਦਾ ਨਾਮ ਨਿਸ਼ਾਨ ਨਹੀਂ ਸੀਗਾ, ਜੀ ਲੜਕੀਆਂ ਜਿਹੜੀਆਂ ਵਿਕਟਿਮ ਹੁੰਦੀਆਂ ਸੀ ਉਹਨਾਂ ਨੂੰ ਕੋਈ ਕਾਨੂੰਨ ਹੀ ਨਹੀਂ ਸੀਗਾ, ਜੀ ਤੇ ਹੁਣ ਬਹੁਤ ਸਟ੍ਰਿੰਜੈਂਟ ਔਰ ਪੈਨਲਟੀਜ਼ ਹੋ ਗਈਆਂ ਨੇ ਕਿ ਘੱਟੋ ਘੱਟ 10 ਸਾਲ ਦੀ ਸਜ਼ਾ ਹੈਗੀ ਹੈ ਔਰ ਅਪ ਟੂ ਲਾਈਫ ਇੰਪ੍ਰਿਜ਼ਨਮੈਂਟ ਵੀ ਜਾ ਸਕਦੀ ਹੈ। ਜੀ ਔਰ ਇਸ ਤੋਂ ਇਲਾਵਾ ਇਹ ਵੀ ਮੈਂ ਕਹਿਣਾ ਚਾਹਾਂਗੀ ਵਿਕਟਿਮ ਕੰਪਨਸੇਸ਼ਨ ਵੀ ਹੁੰਦਾ ਹੈ। ਜੀ ਫਿਰ ਰੇਪ ਹੈ, ਜੀ ਤੋ ਰੇਪ ਦੀ ਵੀ ਜਿਹੜੀ ਡੈਫੀਨੇਸ਼ਨ ਹੈ ਉਹ ਨਿਰਭਇਆ ਕਾਂਡ ਦੇ ਬਾਅਦ ਉਹ ਬਹੁਤ ਇਨਕਰੀਜ਼ ਕਰ ਦਿੱਤੀ ਗਈ ਹੈ। ਜੀ ਪਹਿਲਾਂ ਤੇ ਪੈਨੀਟ੍ਰੇਟਿਵ ਸੈਕਸ਼ੂਅਲ ਅਸੌਲਟ ਹੁੰਦਾ ਸੀ, ਜੀ ਤੇ ਹੁਣ ਥੋੜੀ ਜੀ ਵੀ ਤੁਸੀਂ ਮਾੜੀ ਹਰਕਤ ਕੀਤੀ ਜੀ ਤੋ ਉਹਦੇ ਨਾਲ ਉਹ ਰੇਪ ਬਣ ਜਾਏਗਾ। ਮਤਲਬ ਹਰ ਖਿੱਤਰ 'ਚ, ਹਰ ਜਗ੍ਹਾ ਤੇ ਜਿੱਥੇ ਨਿੱਕਾ ਜਿਹਾ ਵੀ ਅਪਰਾਧ ਹੁੰਦਾ ਹੈ ਔਰਤਾਂ ਦੇ ਖਿਲਾਫ, ਉਸ ਦੇ ਲਈ ਕਾਨੂੰਨ ਬਣੇ ਹੋਏ ਨੇ। ਜ਼ਰੂਰਤ ਹੈ ਜਾਗਰੂਕਤਾ ਦੀ, ਸਮਝਣ ਦੀ। ਸਾਨੂੰ ਵੀ ਥੋੜੀ ਆਪਣੀ ਜਾਣਕਾਰੀ ਦੇ ਵਿੱਚ ਇਜ਼ਾਫਾ ਕਰਨਾ ਪਏਗਾ, ਸਾਨੂੰ ਵੀ ਉਹਨਾਂ ਕਾਨੂੰਨਾਂ ਨੂੰ ਪੜ੍ਹਨਾ ਤੇ ਸਮਝਣਾ ਪਏਗਾ, ਕਿਉਂਕਿ ਜੇ ਸਾਨੂੰ ਸਰਕਾਰ ਸਮਝਾ ਰਹੀ ਹੈ ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਖੁਦ ਸਮਝਣ ਦੀ ਆਪ ਵੀ ਕੋਸ਼ਿਸ਼ ਕਰੀਏ ਕੀ ਸਾਡੇ ਹੱਕ 'ਚ ਹੈ। ਹਾਂਜੀ, ਪਰ ਇੱਕ ਥੋੜੀ ਲੀਹ ਤੋਂ ਹਟ ਕੇ ਗੱਲ ਹੈ, ਔਰਤਾਂ ਦੇ ਵਿਰੁੱਧ ਅਪਰਾਧ ਬਹੁਤ ਵੱਧਦੇ ਨੇ, ਜੋ ਮੰਦਭਾਗੀ ਗੱਲ ਹੈ, ਆਪਾਂ ਸਾਰੀ ਡਿਸਕਸ਼ਨ ਕਰ ਰਹੇ ਹਾਂ। ਕਈ ਵਾਰੀ ਇੰਨੇ ਕਾਨੂੰਨ ਔਰਤਾਂ ਦੇ ਹੱਕ 'ਚ ਨੇ, ਕੁਝ ਔਰਤਾਂ ਉਹਨਾਂ ਦਾ ਮਿਸਯੂਜ਼ ਕਰ ਜਾਂਦੀਆਂ ਨੇ। ਹਾਂਜੀ, ਸਾਰੀ ਜਿਹੜੀ ਖੇਡ ਦੀ ਗੱਲ ਤਾਂ ਇਹੀ ਹੈ ਕਿ ਜਿਹੜੇ ਕਾਨੂੰਨ ਹੈ ਜਿਨ੍ਹਾਂ ਦੀ ਸੁਰੱਖਿਆ ਲਈ ਬਣੇ ਹੈ, ਮੈਜੋਰਿਟੀ ਤਾਂ ਪਿੰਡਾਂ ਵਿੱਚ ਰਹਿ ਰਹੇ ਹੈ, ਉਹਨਾਂ ਨੂੰ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਾਣਕਾਰੀ ਨਹੀਂ ਹੈ ਕਿ ਕਾਨੂੰਨ ਕੀ ਹੈਗੇ ਨੇ। ਜੀ ਸੋ ਉਹ ਜਦੋਂ ਉਹਨਾਂ ਨੂੰ ਮਾਰਕੁੱਟ ਵੀ ਹੋ ਰਹੀ ਹੈ, ਉਹਨਾਂ ਦੇ ਹਸਬੈਂਡ ਉਹਨਾਂ ਨੂੰ ਤੰਗ ਵੀ ਕਰ ਰਹੇ ਹੈ, ਮੈਂਟਲੀ ਹਰਾਸ ਕਰ ਰਹੇ ਹੈ। 400 ਆਪਾਂ ਪਹਿਲਾਂ ਨਹੀਂ ਗੱਲ ਕੀਤੀ, 498A ਹੈ, ਉਹਦਾ ਮਿਸਯੂਜ਼ ਜ਼ਿਆਦਾ ਜਿਹਦੀ ਜ਼ਿਕਰ ਹੁੰਦੀ ਹੈ। ਜੀ ਸੋ 498A ਵੀ ਇੱਕ ਅਮੈਂਡਮੈਂਟ ਨਾਲ ਹੀ ਆਇਆ ਸੀ IPC ਵਿੱਚ, ਜੀ ਜਦੋਂ ਦੇਖਿਆ ਗਿਆ ਕਿ ਔਰਤਾਂ ਦੇ ਖਿਲਾਫ ਡੋਮੈਸਟਿਕ ਵਾਇਲੈਂਸ ਬਹੁਤ ਹੁੰਦਾ ਹੈ। ਜੀ ਤੋ ਡੋਮੈਸਟਿਕ ਵਾਇਲੈਂਸ ਕਿਸੇ ਤਰ੍ਹਾਂ ਵੀ ਅਗਰ ਹਸਬੈਂਡ, ਮਤਲਬ ਕਾਨੂੰਨ ਇਹ ਕਹਿੰਦਾ ਹੈ 498A ਕਿ ਅਗਰ ਹਸਬੈਂਡ ਜਾਂ ਇਨ-ਲॉज ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਹਰਾਸ ਕਰਦੇ ਨੇ,
ਚਾਹੇ ਉਹ ਉਹਨੂੰ ਫਿਜ਼ੀਕਲੀ ਵੀ ਮਾਰਿਆ ਕੁੱਟਿਆ ਨਾ ਹੋਏ, ਜੀ। ਜੇ ਮੈਂਟਲੀ ਵੀ ਉਹਨੂੰ ਹਰਾਸ ਕੀਤਾ ਹੈ ਤੇ ਉਹਦੇ ਤੇ ਪਰਚਾ ਬਣਦਾ ਹੈ। ਜੀ ਲੇਕਿਨ ਜਿਹੜਾ ਇਹਦੇ ਵਿੱਚ ਕਿਉਂਕਿ ਡੋਮੈਸਟਿਕ ਕੇਸਿਸ ਹੈ, ਜੀ ਸੋ ਬਹੁਤ ਸਾਰੇ ਕੇਸਿਸ ਆਉਂਦੇ ਨੇ ਜਿਹਦੇ ਜੋ ਕਿ ਸੱਚੇ ਨਹੀਂ ਵੀ ਹੁੰਦੇ। ਜੀ ਸੋ ਜਿੰਨੇ ਕੁ ਆਉਂਦੇ ਹੈ ਸੱਚੇ, ਉਹਦੇ ਤੋਂ 50% ਉਸ ਤਰ੍ਹਾਂ ਦੇ ਵੀ ਹੁੰਦੇ ਹੈ ਜਿੱਥੇ ਕਿ ਝੂਠੇ ਹੁੰਦੇ ਹੈ। ਜੀ ਸੋ ਝੂਠੇ ਕੀ ਹੁੰਦੇ ਹੈ ਕਿ ਮਤਲਬ ਹਸਬੈਂਡ ਵਾਈਫ ਦੀ ਆਪਸ ਵਿੱਚ ਬਣਦੀ ਨਹੀਂ ਹੈ, ਤੋ ਉਹਨਾਂ ਨੇ ਸੈਪਰੇਟ ਹੋਣਾ ਚਾਹੁੰਦੇ ਹੈ। ਜੀ ਤੋ ਹਸਬੈਂਡ ਦੀ ਫੈਮਿਲੀ ਦੇ ਉੱਤੇ ਪ੍ਰੈਸ਼ਰ ਪਾਉਣ ਲਈ 498 ਦਾ ਪਰਚਾ, ਸਾਰੀ ਇਨ-ਲॉज ਵੀ ਵਿੱਚ ਪਾ ਦਿੱਤੇ, ਜੀ ਨਨਾਣ ਵੀ ਪਾ ਦਿੱਤੀ, ਉਹਦਾ ਹਸਬੈਂਡ ਵੀ ਪਾ ਦਿੱਤਾ, ਜੀ। ਔਰ ਪਤਾ ਨਹੀਂ ਕਿੰਨਾ ਕਿੰਨਾ ਨੂੰ ਪਾ ਦਿੱਤਾ। ਸੋ ਉਹ ਵਾਲੀ ਜਿਹੜੀ ਚੀਜ਼ ਹੈ ਉਹ ਮਾੜੀ ਹੈ, ਔਰ ਉਹਦੇ ਕਰਕੇ ਫਿਰ ਕਈ ਲੋਕ ਜੋ ਉਹਦੇ ਵਿਕਟਿਮਸ ਬਣਦੇ ਹੈ, ਜੀ ਜਿਹੜਾ ਮਤਲਬ ਹਸਬੈਂਡ ਜਾਂ ਬਜ਼ੁਰਗ ਮਾਤਾ ਪਿਤਾ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੈ, ਉਹਨਾਂ ਦਾ ਕਸੂਰ ਇੰਨਾ ਹੀ ਹੈ ਕਿ ਉਹਨਾਂ ਦਾ ਬੇਟਾ ਔਰ ਨੂੰਹ ਦੀ ਆਪਸ ਵਿੱਚ ਬਣਦੀ ਨਹੀਂ ਹੈ। ਜੀ ਸੋ ਇਹ ਤਾਂ ਕੋਈ ਬਹੁਤ ਜ਼ਿਆਦਾ ਕਸੂਰ ਹੈਗਾ ਵੀ ਨਹੀਂ। ਤੋ ਅਗਰ ਮਾੜਾ ਮੋਟੀ ਸਾਈਡ ਵੀ ਲੈ ਲਈ ਉਹ ਵੀ ਕੋਈ ਗੱਲ ਨਹੀਂ, ਪਰ ਜਿੱਥੇ ਤੱਕ ਉਹ ਬਿਲਕੁਲ ਉਕਸਾਨ ਨਹੀਂ ਰਹੇ ਡਾਊਰੀ ਲੈਣ ਲਈ ਜਾਂ ਉਹਨੂੰ ਤੰਗ ਨਹੀਂ ਕਰ ਰਹੇ, ਤਾਂ ਫਿਰ ਉਹਦੇ ਵਿੱਚ ਉਹ ਜਾਤੀ ਹੋ ਜਾਂਦੀ ਜੀ ਬਿਲਕੁਲ। ਤੇ ਪ੍ਰੋਗਰਾਮ ਦਾ ਸਮਾਂ ਵੀ ਖਤਮ ਹੋ ਰਿਹਾ ਹੈ, ਪਰ ਤੁਹਾਡੇ ਤੋਂ ਇੱਕ ਸੰਦੇਸ਼ ਜ਼ਰੂਰ ਲੈ ਕੇ ਜਾਣਾ ਅਸੀਂ ਜਾਂਦੇ ਹੋਏ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਚੰਗੇ ਇਨਸਾਨ ਬਣਨ ਦੀ, ਮੈਂ ਹਰ ਜਗ੍ਹਾ ਤੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਗਰ ਪੰਜਾਬ ਵਿੱਚ ਬਹੁਤ ਸਾਰੀ ਪ੍ਰੋਬਲਮਸ ਆ ਰਹੀਆਂ ਨੇ, ਜਿਵੇਂ ਐਸਿਡ ਅਟੈਕ ਜਾਂ ਘਰੇਲੂ ਹਿੰਸਾ ਜਾਂ ਲੜਕੀਆਂ ਨੂੰ ਛੇੜਨਾ, ਇਹ ਸਾਰੇ ਕੋਈ ਵੀ ਆਪਣੇ ਸੰਸਕਾਰਾਂ ਵਿੱਚ ਜਾਂ ਸਾਡੀ ਗੁਰਬਾਣੀ ਵਿੱਚ ਜਾਂ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹ ਸੰਸਕਾਰ ਨਹੀਂ ਦਿੱਤੇ। ਜੀ ਤੋ ਇਹ ਵਾਇਲੈਂਸ ਜੋ ਵੀ ਹੁੰਦੀ ਹੈ ਜਾਂ ਤਾਂ ਜਾਣਕਾਰੀ ਦੇ ਅਭਾਵ ਕਰਕੇ ਹੈ। ਜੀ ਸੋ ਅਗਰ ਜੋ ਲੋਕ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਉਹ ਪੜ੍ਹ ਲੈਣ ਜੀ ਤੇ ਇਹ ਮਾੜੀ ਹਰਕਤਾਂ ਤੋਂ ਬਚਣ। ਜੀ ਔਰ ਜੋ ਮਾਂ-ਬਾਪ ਨੂੰ ਮੈਂ ਖਾਸ ਤੌਰ ਤੇ ਕਹਿਣਾ ਚਾਹਾਂਗੀ ਕਿ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਚੰਗਾ ਵੈਲਿਊ ਸਿਸਟਮ ਦੇਣ, ਜੀ ਆਪਣੇ ਬਾਰੇ ਕੁਝ ਜਾਣਕਾਰੀ ਰੱਖਣ ਜੀ ਔਰ ਉਹਨਾਂ ਨੂੰ ਵੀ ਜਾਣਕਾਰ ਔਰ ਅੱਛੇ ਨਾਗਰਿਕ ਬਣਾਉਣ ਦੇਸ਼ ਬਿਲਕੁਲ ਦੇ। ਜੀ। ਜੇ ਕਾਨੂੰਨਾਂ ਬਾਰੇ ਜਾਣਕਾਰੀ ਨਹੀਂ ਹੈ ਹਾਸਲ ਕਰੋ, ਪਰ ਕਿਸੇ ਵੀ ਕਾਨੂੰਨ ਦਾ ਦੁਰਉਪਯੋਗ ਨਾ ਕਰੋ। ਸਾਨੂੰ ਪ੍ਰੋਗਰਾਮ ਇੱਥੇ ਖਤਮ ਕਰਨਾ ਪੈਣਾ ਹੈ ਕਿਉਂਕਿ ਸਮਾਂ ਪੂਰਾ ਹੋ ਰਿਹਾ ਹੈ। ਗੁਰਪ੍ਰੀਤ ਦਿਓ ਜੀ, ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਮੇਰਾ ਬਹੁਤ ਬਹੁਤ ਧੰਨਵਾਦ।